ਧਨ ਹਨ ਧਨ ਹਨ ਧਨ ਹਨ ਪਰਮ ਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧਨ ਹਨ। ਹੁਣ ਜ਼ਾਲਮਾਂ ਦੇ ਘੋਰ ਭਿਆਨਕ ਅਤਿਆਚਾਰ ਜ਼ੁਲਮ ਕਰਕੇ ਆਪ ਜੀ ਨੂੰ ਉਬਲਦੀ ਦੇਗ ਅੰਦਰ ਬਿਠਾ ਰਹੇ ਹਨ। ਹੁਣ ਮੱਚਦੇ ਰੇਤੇ ਤੇ ਬਿਠਾ ਕੇ ਮੱਚਦਾ ਰੇਤਾ ਆਪ ਜੀ ਦੇ ਪਰਮ ਪਵਿੱਤਰ ਪਰਮ ਪੂਜਨੀਕ ਸ਼ੁਭ ਸੱਚੇ ਸੁੱਚੇ ਉੱਚੇ ਸੁੰਦਰ ਸੀਸ ਸਾਹਿਬ ਜੀ ਦੇ ਪਾ ਰਹੇ ਹਨ। ਹੁਣ ਆਪ ਜੀ ਨੂੰ ਜ਼ਾਲਮ ਸੜਦੀ ਬਲਦੀ ਮੱਚਦੀ ਲੋਹ ਤੇ ਖੜਾ ਕਰ ਰਹੇ ਹਨ। ਆਪ ਜੀ 5 ਦਿਨ ਭੁੱਖ ਨੀਂਦਰਾ ਤ੍ਰਿਹਕ ਬੋਲ ਸਹਾਰਦਿਆਂ ਗੁਰਮੁਖੇ ਨਿਰਲੇਪ ਅਵਸਥਾ ਵਿੱਚ ਵਾਹਿਗੁਰੂ ਵਾਹਿਗੁਰੂ ਤੇਰਾ ਕੀਆ ਮੀਠਾ ਲਾਗੈ ਹਰਿ ਨਾਮ ਪਦਾਰਥੋ ਨਾਨਕੋ ਮੰਗੈ ਜਪ ਜਪਾ ਰਹੇ ਹਨ। ਇਕ ਅਦੁੱਤੀ ਗੁਰ ਨਾਨਕ ਦੇਵਾ ਓੰਕਾਰ ਗੁਰ ਅੰਗਦ ਅਭਿਵਾ ਸਤਿਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਵਾਰੇ ਪੁਰਖੋ ਸ੍ਰੀ ਅਰਜਨ ਸੁਖ ਦਾਨੀ ਨਿਰਭਉ ਹਰਿ ਗੋਬਿੰਦ ਗੁਣ ਖਾਨੀ ਨਿਰਵੈਰੁ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤਿ ਸ੍ਰੀ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸੈਭੰ ਗੁਰ ਦਸਮੇਸ਼ ਸਹਾਏ ਗੁਰ ਪ੍ਰਸਾਦ ਗੁਰ ਗ੍ਰੰਥ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਜਾਪੋ ਸਤਿਨਾਮ ਸ੍ਰੀ ਵਾਹਿਗੁਰੂ ਆਦਿ ਸਾਚੋ ਸੱਚੇ ਵਾਹਿਗੁਰੂ ਜੁਗਾ ਦੇ ਸਾਚੋ ਸੱਚੇ ਵਾਹਿਗੁਰੂ ਹੈ ਭੀ ਸਾਚੋ ਸੱਚੇ ਵਾਹਿਗੁਰੂ ਨਾਨਕ ਹੋਸੀ ਭੀ ਸਾਚੋ ਸੱਚੇ ਵਾਹਿਗੁਰੂ ਕਹਾਂ ਬੋਧੇ ਪ੍ਰਭ ਤੁਛ ਹਮਾਰੀ ਬਰਨ ਸਕਾ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਿਗੀਤਾ ਅੰਦਲੇ ਤ੍ਰਿਭਵਨ ਸੂਜਿਆ ਗੁਰ ਭੇਟ ਪੁਨੀਤਾ ਵਾਹਿਗੁਰੂ 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 ਵਾਹਿ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾੜੋ ਤਪੰਦਾ ਤਿਸ ਲਗੈ ਹਰਿ ਨਾਹੁ ਨ ਜਿਨਾ ਪਾਸੇ ਜਗ ਜੀਵਨ ਪੁਰਖੋ ਤਿਆਗੇ ਕੈ ਮਾਨਸ ਸੰਧੀ ਆਸ ਦੋਈਐ ਭਾਏ ਵਿਗੁਚੀਐ ਗਾਲੇ ਪਈ ਸੋ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆ ਸੋ ਰਹਿਣ ਬਿਹਾਣੀ ਪਾਛੁਤਾਣੀ ਓਠੇ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ
ਸੋ ਦਰਗਹ ਹੋਏ ਖਲਾਸੋ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੋਦੋ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜੋ ਸੁਹੰਦਾ ਤਿਸ ਲਗੈ, ਜਿਸੋ ਮਨ ਹਰੇ ਚਰਨ ਨਿਵਾਸ। ਆਸਾੜੋ ਤਪੰਦਾ ਤਿਸ ਲਗੈ। ਗੁਰੂ ਪਿਆਰੀ ਸਵਾਰੀ। ਗੁਰੂ ਸਰੂਪ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਆਨੰਦ ਮਹਾ ਵਿਸਮਾਦ ਆਨੰਦ ਵਿਸਮਾਦ ਤਹਿਤ ਆਨੰਦ ਮਾਣਦੇ ਹੋਇਆਂ ਸਾਧ ਸੰਗਤ ਜੀਓ, ਸੰਧਿਆ ਸਮੇਂ ਦੇ ਜੋ ਸ੍ਰੀ ਸੋਹਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਪੜ੍ਹੇ ਗਏ ਹਨ ਅਤੇ ਜੋ ਸੰਗਰਾਂਦ ਦੇ ਦਿਨ ਦੇ ਦਿਨ ਦੇ ਲਈ ਸ੍ਰੀ 12 ਮਹਾਮਾਸ ਦੇ ਸੰਪੂਰਨ ਪਾਠ ਵੀ ਪੜ੍ਹੇ ਗਏ ਹਨ ਸਤਿਗੁਰਾਂ ਜੀ ਬਲ ਕਿਰਪਾ ਦੁਆਰਾ। ਸੋ ਆਓ ਕਲਗੀਧਰ ਪਾਤਸ਼ਾਹ ਬਖਸ਼ੰਦ ਪਿਤਾ ਖੰਡ ਬ੍ਰਹਮੰਡ ਦੇ ਬਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਆਨੰਦਮਈ ਵਿਸਮਾਦ ਫਤਿਹ ਦੀ ਸਾਂਝ ਪਾਈਏ। ਗੱਜ ਗੱਜ ਕੇ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਜੋ ਹਾੜ ਦਾ ਮਹੀਨਾ ਸਤਿਗੁਰਾਂ ਜੀ ਦੇ ਕਿਰਪਾ ਬਲ ਅਤੇ ਭਾਣੇ ਦੇ ਵਿੱਚ ਬਤੀਤ ਹੋਇਆ ਹੈ, ਉਸ ਦਾ ਸਾਧ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਟ ਆਨ ਕੋਟ ਸ਼ੁਕਰ ਹੈ ਕਿ हे ਸੱਚੇ ਪਾਤਸ਼ਾਹ ਜੀਓ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। हे ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਉੱਤੇ ਅਪਰਪਾਰ ਕਿਰਪਾ ਦੇ ਨਾਲ ਭਾਣੇ ਦੇ ਵਿੱਚ ਸ੍ਰੀ ਹਾੜ ਦਾ ਮਹੀਨਾ ਬਤੀਤ ਹੋਇਆ ਹੈ ਤੇ ਇਸੇ ਤਰ੍ਹਾਂ हे ਸੱਚੇ ਪਾਤਸ਼ਾਹ ਜੀਓ, ਆਪ ਜੀ ਬਲ ਬਖਸ਼ੇ ਸੇਵਾ ਸਿਮਰਨ ਦੀ ਦਾਤਾਂ ਬਖਸ਼ਣਾ ਕਰੋ। ਆਪ ਜੀ ਦੇ ਭਾਣੇ ਦੇ ਬਤੀਤ ਇਸ ਉਸੇ ਤਰ੍ਹਾਂ ਹੀ ਜੋ ਹਾੜ ਦਾ ਮਹੀਨਾ ਹੈ ਉਸੇ ਤਰ੍ਹਾਂ ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਤਾਂ ਸਾਧ ਸੰਗਤ ਜੀਓ, ਹਾੜ ਦਾ ਮਹੀਨਾ ਜੋ ਕਿ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਗੁਰਬਾਣੀ ਦੇ ਵਿੱਚ ਆਸਾੜ ਕਿਹਾ ਹੈ, ਤਾਂ ਉਸ ਦੇ ਬਾਬਤ ਸਤਿਗੁਰੂ ਨਿਰੰਕਾਰ ਜਾਹਰ ਪੀਰ ਜਾਗਤ ਤੇ ਗੁਰੂ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪਵਿੱਤਰ 12 ਮਹਾ ਦੀ ਬਾਣੀ ਵਿੱਚ ਜੋ ਤੁਖਾਰੀ ਰਾਗ ਦੇ ਵਿੱਚ ਹੈ, ਉਸ ਦੇ ਵਿੱਚ ਸਤਿਗੁਰੂ ਫਰਮਾਉਂਦੇ ਹਨ, ਆਸਾੜੋ ਭਲਾ ਸੂਰਜੋ ਗਗਨ ਤਪੈ। ਕਿ ਆਸਾੜ ਭਾਵ ਹਾੜ ਦੇ ਮਹੀਨੇ ਦੇ ਵਿੱਚ ਜੋ ਸੂਰਜ ਹੈ ਗਗਨ ਭਾਵ ਆਕਾਸ਼ ਦੇ ਵਿੱਚ ਤਪਦਾ ਹੈ, ਭਾਵ ਅਤਿਅੰਤ ਉਸ ਦੀ ਜੋ ਗਰਮੈਸ਼ ਹੈ ਤਪਦਾ ਹੈ, ਅੱਗ ਵਾਂਗ ਬਲਦਾ ਹੈ। ਤੇ ਉਹ ਜੋ ਅੱਗ ਵਾਂਗ ਬਲਦਾ ਹੈ ਉਸ ਦਾ ਜੋ ਅਸਰ ਹੈ, ਜੋ ਸੇਕ ਹੈ, ਗਰਮੈਸ਼ ਹੈ, ਉਹ ਸਾਧ ਸੰਗਤ ਜੀਓ ਧਰਤੀ ਦੁਖ ਸਹਿ ਸੁਖ ਹੈ, ਆਗਨੇ ਭਖੈ। ਤਾਂ ਫਿਰ ਸਾਧ ਸੰਗਤ ਜੀਓ ਧਰਤੀ ਉਸ ਜੋ ਸੇਕ ਹੈ ਬਲਦਾ ਸੂਰਜ ਦਾ ਜੋ ਤਪਦਾ ਹੈ ਉਸ ਦਾ ਉਹ ਫਿਰ ਸਾਧ ਸੰਗਤ ਜੀਓ ਧਰਤੀ ਦੁੱਖ ਸਹਾਰਦੀ ਹੈ, ਦੁੱਖ ਸਹਾਰਦੀ ਆ। ਅਤੇ ਜੋ ਪਾਣੀ ਹੁੰਦਾ ਹੈ ਉਹ ਸੜ ਜਾਂਦਾ ਹੈ, ਭਾਵ ਸੇਕ ਦੇ ਕਰਕੇ ਉਹ ਸਾਧ ਸੰਗਤ ਜੀਓ ਸੜ ਜਾਂਦਾ। ਤਾਂ ਇਸੇ ਕਰਕੇ ਜੋ ਦਰਿਆ ਹੋਇਆ ਕਰਦੇ ਹਨ, ਤਲਾਅ ਹੁੰਦੇ ਆ, ਛੱਪੜ ਹੁੰਦੇ, ਖੂਹ ਹੰਝੇ ਹਨ, ਉਹ ਸੁੱਕ ਜਾਂਦੇ ਆ। ਆਗਨੇ ਭਖੈ, ਅੱਗ ਪਾ ਫਾਇਰ ਵਾਂਗੂ ਭਖਦੀ ਹੈ, ਫਾਇਰ ਭਖਦੀ ਹੈ ਅੱਗ, ਤੇ ਉਸੇ ਕਰਕੇ ਸਾਰੇ ਹੀ ਪਾਣੀ ਸੁੱਕ ਜਾਂਦਾ ਹੈ। ਅਤੇ ਇਸੇ ਕਰਕੇ ਜੋ ਜੀਵ ਜੰਤੂ ਹਨ ਸਾਰੇ ਬੇਬਲ ਹੋ ਜਾਂਦੇ ਹਨ ਬਿਨਾਂ ਪਾਣੀ ਤੋਂ। ਤਾਂ ਪਾਣੀ ਦੇ ਭਾਲ ਦੇ ਵਿੱਚ ਜੀਵ ਤੇ ਪੰਛੀ ਆਦਿਕ ਜਾਨਵਰ ਭਰਮਦੇ ਰਹਿੰਦੇ ਹਨ, ਕਿ ਧਿਆਹੇ ਰਹਿੰਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਦੀ ਜੋ ਤਿਆਹ ਹੈ, ਤ੍ਰਿਸ਼ਨਾ ਹੈ, ਕਿੱਦਾਂ ਬੁਝੇ। ਤੇ ਪਾਣੀ ਨਾ ਹੋਣ ਕਰਕੇ ਨਹੀਂ ਬੁਝਦੀ।
ਤੇ ਇਸੇ ਤਰ੍ਹਾਂ ਸਾਧ ਸੰਗਤ ਜੀਓ, ਜੋ ਵਿਵੇਕ ਰੂਪੀ ਪਾਣੀ ਤੋਂ ਰਹਿਤ ਜੋ ਮਨਮੁਖ ਸਾਖਤ ਜੀਵ ਹਨ, ਉਹ ਸਾਧ ਸੰਗਤ ਜੀਓ ਇਸੇ ਮਹੀਨੇ ਦੁਆਰਾ ਸਾਧੂ ਦੇ ਦ੍ਰਿਸ਼ਟਾਂਤ ਦਿੰਦੇ ਹੋਇਆ ਆਸਾ ਵਿਸ਼ੇ ਵਿਕਾਰਾਂ ਵਿੱਚ ਤ੍ਰਿਸ਼ਨਾ ਵਿੱਚ ਤਪਦੇ ਹਨ। ਉਹਨਾਂ ਦੇ ਵਾਸਤੇ ਸਾਧ ਸੰਗਤ ਜੀਓ ਅਗਿਆਨ ਦਾ ਸੂਰਜ ਚੜ੍ਹਿਆ ਹੋਇਆ ਹੈ, ਜਿਸ ਦੇ ਵਿੱਚੋਂ ਰਾਗ ਤੇ ਦਵੈਸ਼ ਦੀਆਂ ਕਿਰਨਾਂ ਨਿਕਲਦੀਆਂ ਹਨ। ਤ੍ਰਿਸ਼ਨਾ ਦੀ ਉਹ ਧੁੱਪ ਪੈ ਰਹੀ ਹੈ। ਤੋ ਉਹਨਾਂ ਗੁਰਮਤਹੀਨ ਨਾਸਤਕ ਮਨਮੁਖ ਜੀਵਾਂ ਜੋ ਦੁਹਾਗਣ ਹਨ, ਉਹਨਾਂ ਨੂੰ ਇਹ ਤਪਸ਼ ਪੈ ਕੇ ਅੰਦਰ ਅਤਿਅੰਤ ਹੀ ਪਦਾਰਥਾਂ ਦੀ ਤਪਸ਼ ਪੈਂਦੀ ਹੁੰਦੀ ਹੈ। ਆਸਾ ਮਾਨਸਾ ਦੀ ਤ੍ਰਿਸ਼ਨਾ ਲੱਗੀ ਰਹਿੰਦੀ ਹੈ ਕਿ ਹੋਰ ਨਾ ਹੋਰ ਵਿਕਾਰ ਭੋਗਣ ਜਾਂ ਹੋਰ ਪਦਾਰਥ ਇਕੱਠੇ ਕਰਨ ਆਦਿਕ ਅਤਿਅੰਤ ਤ੍ਰਿਸ਼ਨਾ ਵਿੱਚ ਜਲਦੇ ਹਨ। ਤਾਂ ਸਾਧ ਸੰਗਤ ਜੀਓ, ਕਾਮੇ ਕ੍ਰੋਧੇ ਜਲਾ ਸਭ ਕੋਈ, ਸਤਿਗੁਰ ਫਰਮਾਉਂਦੇ ਹਨ ਨਾਮ ਤੋਂ ਬਗੈਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਮ੍ਰਿਤਮਈ ਆਨੰਦਮਈ ਕਲਿਆਣਕਾਰੀ ਸੱਚੇ ਚਰਨ ਪਏ ਤੋਂ ਬਿਨਾ ਜੀਵ ਇਸ ਸੰਸਾਰ ਦੇ ਵਿੱਚ ਕਾਮ ਕ੍ਰੋਧ ਆਦਿਕ ਵਿਕਾਰਾਂ ਵਿੱਚ ਸੜਦਾ ਹੈ। ਤੇ ਹੀ ਪ੍ਰਸ਼ਨ ਸਾਧ ਸੰਗਤ ਜੀਓ ਭਾਈ ਕੇਦਾਰੀ ਜੀ ਗੁਰਮੁਖ ਮਹਾਂਪੁਰਖਾਂ ਦੇ ਮਨ ਦੇ ਵਿੱਚ ਸੀ ਕਿ ਕਿਸ ਤਰ੍ਹਾਂ ਇਸ ਜੋ ਤ੍ਰਿਸ਼ਨਾ ਹੈ, ਅੱਗ ਹੈ, ਕਿੱਦਾਂ ਬਚਣਾ ਹੈ। ਤਾਂ ਸਾਧ ਸੰਗਤ ਜੀਓ ਗੁਰਮੁਖਾਂ ਨੇ ਧੰਨ ਧੰਨ ਕੋਟਿ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਸਤਿਗੁਰੂ ਪਰਮ ਪੂਜਨੀਕ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਚਰਨਾਂ ਕਮਲ ਵਿੱਚ ਆ ਕੇ ਪ੍ਰੇਮ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀਓ, ਸੰਸਾਰ ਅੱਗ ਦੀ ਨਿਆਈ ਹੈ ਅਤੇ ਵਿਸ਼ੇ ਵਿਕਾਰਾਂ ਤ੍ਰਿਸ਼ਨਾ ਵਿੱਚ ਸੜ ਰਹੇ ਹਨ ਜੀ। ਤਾਂ ਇਸ ਤੋਂ ਦਾਸ ਨੂੰ ਡਰ ਲੱਗਦਾ ਹੈ ਕਿਹਦਾ ਬਚਣਾ ਹੋਵੇਗਾ। ਤਾਂ ਸਤਿਗੁਰੂ ਨੇ ਦ੍ਰਿਸ਼ਟਾਂਤ ਦਿੱਤਾ ਕਿ ਹੇ ਗੁਰਮੁਖਾ, ਕਿ ਜਿਸ ਤਰ੍ਹਾਂ ਜੋ ਬਨ ਭਾਵ ਜੰਗਲ ਹੋਏ ਕਰਦੇ ਹਨ, ਜਿਵੇਂ ਉਹ ਬਨ ਹੈ ਸੜਦਾ ਹੈ, ਅੱਗ ਲੱਗੀ ਹੋਈ ਹੈ, ਸੋ ਚਾਰੋਂ ਤਰਫਾਂ ਅੱਗ ਹੀ ਅੱਗ ਹੈ, ਸਾਰੇ ਹੀ ਦਰਖਤ ਸੜ ਰਹੇ ਹਨ ਤੇ ਅੰਦਰ ਜੋ ਜੀਵ ਜੋ ਪੰਜ ਪਸ਼ੂ ਰਹਿੰਦੇ ਹਨ ਉਹ ਬੇਬਲ ਹੋ ਰਹੇ ਹਨ, ਵਿਆਕੁਲ ਹੋ ਰਹੇ ਹਨ ਤੇ ਹੁਣ ਉਹ ਭਾਲਦੇ ਹਨ ਕਿ ਸੀਤਲ ਠੰਡ ਦਾ ਕਿੱਥੋਂ ਭਾਲੀਏ ਤੇ ਅੱਗ ਤੋਂ ਕਿੱਦਾਂ ਬਚੀਏ। ਤੇ ਸਾਧ ਸੰਗਤ ਜੀਓ ਸਤਿਗੁਰੂ ਫਰਮਾਇਆ ਕਿ ਉਸੇ ਤਰ੍ਹਾਂ ਉਹ ਪਸ਼ੂ ਪੰਛੀ ਆਦਿਕ ਦਰਿਆ ਵੱਲ ਨੂੰ ਭੱਜਦੇ ਹਨ, ਜੋ ਜਾਣਦੇ ਹਨ ਕਿ ਦਰਿਆ ਦਾ ਪਾਣੀ ਜੋ ਵਗਦਾ ਹੈ ਠੰਡਾ ਹੋਇਆ ਕਰਦਾ ਹੈ, ਠੰਡ ਤਾਂ ਹੀ ਬਖਸ਼ਦੀ ਆ। ਤੇ ਇਸ ਤਰ੍ਹਾਂ ਉਹ ਉਸ ਦੇ ਵੱਲ ਭੱਜਦੇ ਹਨ ਤਾਂ ਅੰਦਰ ਚੁੱਭੀ ਮਾਰ ਕੇ ਉਹ ਆਪਣੀ ਸੀਤਲ ਠੰਡ ਦਾ ਹੀ ਪਾਲਾ ਦੂਰ ਕਰ, ਜੋ ਗਰਮੈਸ਼ ਹੈ ਠੰਡ ਹੈ ਵਾਹਿਗੁਰੂ ਜੋ ਅੱਗ ਲੱਗੀ ਹੈ ਉਸ ਤੋਂ ਜੋ ਉਹਨੂੰ ਗਰਮੈਸ਼ ਲੱਗੀ ਸੇਕ ਲੱਗਿਆ ਹੈ ਉਹ ਦੂਰ ਕਰ ਲੈਂਦੇ ਹਨ ਅਤੇ ਸਰੀਰ ਸੀਤਲ ਠੰਡਾ ਠਾਰ ਹੋ ਜਾਂਦਾ ਹੈ। ਤੇ ਇਸ ਤਰ੍ਹਾਂ ਸਤਿਗੁਰੂ ਫਰਮਾਇਆ ਹੈ ਕਿ ਜੋ ਸਾਧ ਸੰਗਤ ਹੈ ਉਹ ਦਰਿਆ ਸਰੂਪ ਹੈ ਤੇ ਸਾਧ ਸੰਗਤ ਵਿੱਚ ਆ ਕੇ ਗੁਰਬਾਣੀ ਦਾ ਸੇਵਾ, ਗੁਰਬਾਣੀ ਦਾ ਸਿਮਰਨ, ਗੁਰਬਾਣੀ ਦੀ ਜੀ ਵਿਚਾਰ ਹੈ ਉਹ ਕਰਕੇ ਕਲ ਤਾਤੀ ਠਾਂਡਾ ਹਰਿ ਨਾਉ ਅੰਮ੍ਰਿਤਮਈ ਜੋ ਅੰਦਰ ਜੀਵ ਨੂੰ ਸ਼ਾਂਤੀ ਬਖਸ਼ਣ ਵਾਲੇ ਜੋ ਨਾਮ ਹਨ ਉਹ ਪ੍ਰਾਪਤ ਕਰਕੇ ਜੀਵ ਵਿਸ਼ੇ ਵਿਕਾਸ ਤ੍ਰਿਸ਼ਨਾ ਤੋਂ ਸ਼ਾਂਤ ਪਾ ਲੈਂਦਾ ਹੈ। ਤੇ ਇਸੇ ਤਰ੍ਹਾਂ ਸਾਧ ਸੰਗਤ ਜਾ ਕੇ ਸੇਵਾ ਤੇ ਸਿਮਰਨ ਵੀ ਕਰਨਾ ਹੈ, ਦੋਨੇ ਪਾਖ ਕਰਨੇ ਹਨ। ਤੇ ਇਸੇ ਤਰ੍ਹਾਂ ਭਾਈ ਕੇਦਾਰੀ ਜੀ ਨੂੰ ਸਤਿਗੁਰੂ ਜੀ ਨੇ ਕਿਦਾਰਤ ਕਰਕੇ ਨਿਹਾਲ ਕੀਤਾ, ਮੁਕਤੀ ਬਖਸ਼ ਦਿੱਤੀ, ਬ੍ਰਹਮ ਗਿਆਨ ਬਖਸ਼ ਦਿੱਤਾ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀਓ ਇਸ ਜੋ ਹਾੜ ਦਾ ਮਹੀਨਾ ਹੈ ਇਸ ਦ੍ਰਿਸ਼ਟਾਂਤ ਦੁਆਰਾ ਸਤਿਗੁਰੂ ਫਰਮਾਉਂਦੇ ਹਨ ਆਸਾੜੋ ਤਪੰਦਾ ਤੇ ਸੋ ਲੱਗੈ। ਆਸਾੜ ਭਾਵ ਆਸਾੜ ਹਾੜ ਦੇ ਮਹੀਨੇ ਦੁਆਰਾ ਸਤਿਗੁਰੂ ਉਪਦੇਸ਼ ਫਰਮਾਉਂਦੇ ਹਨ ਕਿ ਉਸ ਜੀਵ ਰੂਪ ਇਸਤਰੀ ਨੂੰ ਆਸਾ ਦੀ ਸਾੜ ਪੈਂਦੀ ਹੈ, ਲੱਗਦੀ ਹੈ ਅਤੇ ਵਿਸ਼ੇ ਵਾਸ਼ਨਾ ਵਿਕਾਰਾਂ ਦੀ ਤ੍ਰਿਸ਼ਨਾ ਦੀ ਤਪਸ਼ ਲੱਗਦੀ ਹੈ। ਹਰਿ ਨਾਹੁ ਨ ਜਿਨਾ ਪਾਸੇ, ਜਿਨ੍ਹਾਂ ਜੀਵ ਰੂਪ ਇਸਤਰੀਆਂ ਦੇ ਪਾਸ ਹਾਰੇ ਜੋ ਸਭਨਾਂ ਨੂੰ ਹਰਾ ਭਰਾ ਕਰਨ ਵਾਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਹਾਰੇ ਸਾਰੇ ਪਾਪਾਂ ਨੂੰ ਹਰ ਭਾਵ ਨਾਸ਼ ਕਰਨ ਵਾਲੇ ਸਮਰੱਥ ਦਾਤੇ ਹਨ, ਜੋ ਨਾਹੋ ਪਤੀ ਦੇਵ ਠਾਕੁਰ ਏਕ ਸੁਬਾਈ ਨਾਰ ਠਾਕੁਰ ਪਤੀ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਪ੍ਰਾਪਤ ਹਨ, ਜਿਨ੍ਹਾਂ ਦੇ ਪਾਸ ਸਤਿਗੁਰਾਂ ਜੀ ਦਾ ਪਵਿੱਤਰ ਅੰਮ੍ਰਿਤਮਈ ਨਾਮ ਨਹੀਂ ਹੈ, ਉਹ ਇਸ ਹਾੜ ਦੇ ਮਹੀਨੇ ਦੇ ਵਿੱਚ ਅਤਿਅੰਤ
ਵਿਸ਼ੇ ਵੀ ਕਾਰਨ ਚ ਥੱਪਦੇ ਹਨ, ਖੱਪ ਖੱਪ ਕੇ ਸਵਾਹ ਹੋ ਜਾਂਦੇ ਹਨ। ਇਸ ਲਈ ਸਤਿਗੁਰੂ ਨੇ ਫਰਮਾਇਆ ਹੈ ਕਿ ਜਿਨ੍ਹਾਂ ਨੂੰ ਤ੍ਰਿਸ਼ਨਾ ਲੱਗੀ ਹੋਈ ਹੈ, ਜਿਵੇਂ ਸਾਧ ਸੰਗਤ ਜੀਓ ਬਨ ਦੇ ਜੰਗਲ ਨੂੰ ਅੱਗ ਲੱਗੀ ਹੋਵੇ, ਉਹ ਅੱਗ ਕਦੇ ਤ੍ਰਿਪਤ ਨਹੀਂ ਹੁੰਦੀ, ਉਹਦੀ ਭੁੱਖ ਤੇ ਲੈਂਦੀ ਨਹੀਂ, ਸਦਾ ਹੀ ਭੁੱਖੀ ਰਹਿੰਦੀ ਹੈ। ਜਿੰਨੀ ਮਰਜ਼ੀ ਅੱਗ ਦੇ ਵਿੱਚ ਲੱਕੜ ਸਿੱਟੀ ਜਾਓ, ਉਹ ਹੋਰ ਹੀ ਭੱਖ 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 ਉੱਠਦੀ ਹੈ। ਇਸੇ ਤਰ੍ਹਾਂ ਜਿਨ੍ਹਾਂ ਜੀਵ ਰੂਪ ਇਸਤਰੀਆਂ ਦੇ ਪਾਸ ਵਾਹਿਗੁਰੂ ਜੀ ਦਾ ਸੰਤੋਖ ਸਰੂਪ ਨਾਮ ਨਹੀਂ ਹੈ, ਪ੍ਰਪਤੀ ਵਾਹਿਗੁਰੂ ਜੀ ਸਹਿ ਦਾ ਨਹੀਂ ਹੈ, ਉਹਨਾਂ ਦੇ ਅੰਦਰ ਅਜਿਹੀ ਅੱਗ ਬਲਦੀ ਰਹਿੰਦੀ ਹੈ। ਤਿਸਨਾ ਅੰਦਰ ਅਗਨ ਹੈ, ਨਹਾ ਤਿਪਤੈ ਭੁੱਖਾ ਤਿਹਾਇਆ। ਜਗ ਜੀਵਨ ਪੁਰਖ ਤਿਆਗ ਕੈ। ਜੋ ਜਗਤ ਦੇ ਜੀਵਨ ਸਰੂਪ ਭਾਵ ਜਗਤ ਨੂੰ ਆਪਣੀ ਵਿਸਮਾਦ ਚੇਤਨ ਸੱਤਾ ਦੁਆਰਾ ਬਖਸ਼ ਕੇ ਸਤਿਗੁਰਾਂ ਜੀ ਨੇ ਸਾਰਿਆਂ ਨੂੰ ਆਖਣ ਵੇਖਣ ਬੋਲਣ ਜਿਉਣ ਦੀ ਜਾਤ ਬਖਸ਼ੀ ਹੈ, ਹੁਣ ਬਖਸ਼ਦੇ ਹਨ। ਅਜਿਹੇ ਦਿਆਲੂ ਜਗ ਜੀਵਨ ਪੁਰਖ ਜੋ ਕਰਤਾ ਪੁਰਖ ਸਰੂਪ ਪੂਰਨ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਸਾਧ ਸੰਗਤ ਜੀਓ ਸਤਿਗੁਰਾਂ ਜੀ ਨੇ ਆਪਣੇ ਵਿਸਮਾਦ ਨਿਰਗੁਣ ਸਰੂਪ ਪ੍ਰਕਾਸ਼ ਤੋਂ ਅਕਸ ਮਾਤਰ ਹੀ ਕਰੋ ਕੋਟੇ ਬ੍ਰਹਮੰਡ ਕੋ ਅਖੰਡਾਂ ਬ੍ਰਹਮੰਡਾਂ ਸ੍ਰਿਸ਼ਟੀਆਂ ਪਾਤਾਲਾਂ ਨੂੰ ਆਕਾਸ਼ਾਂ ਨੂੰ ਅਕਸ ਮਾਤਰ ਹੀ ਆਪਣੇ ਉਖਰਕਨ ਸ਼ਕਤੀ ਦੇ ਨਾਲ ਪੈਦਾ ਕੀਤਾ ਹੈ, ਅਤੇ ਸਾਰੇ ਜੀਵਾਂ ਜਨਤਾਂ ਦੀ ਜੋ ਚੇਤਨ ਰੂਪੀ ਡੋਰੀ ਹੈ ਉਹ ਆਪਣੇ ਹੱਥ ਵਿੱਚ ਫੜੀ ਹੋਈ ਹੈ ਕਿ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ। ਤਾਂ ਜਿਨ੍ਹਾਂ ਦੀ ਵਿਸਮਾਦ ਚੇਤਨ ਸੱਤਾ ਤੋਂ ਬਗੈਰ ਜੀਵ ਮੁਰਦਾ ਹੈ, ਜੜ ਹੋ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਨੇ ਫਰਮਾਇਆ ਹੈ, ਜਬ ਆਪਣੀ ਜੋਤ ਕਿੰਚ ਹੇਤੂ ਸੁਆਮੀ ਤਬ ਕੋਈ ਕਰੋ ਦਿਖਾ ਬਖਿਆਨਾ। ਤਾਂ ਹੰਕਾਰ ਕਾਹਦਾ ਕਰਨਾ ਹੈ, ਹਾੜ ਚਾਮ ਨਾੜੀ ਕੋ ਪਿੰਜਰ ਸਾਰਾ ਸਰੀਰ ਹੈ ਆਪਣਾ। ਸੋ ਜੋ ਦਾਸ ਸਤਿਗੁਰੂ ਕਰਾਉਂਦੇ ਹਨ ਉਹ ਆਪਾਂ ਕਰਦੇ ਹਾਂ। ਸਤਿਗੁਰੂ ਜੀ ਆਪਣੇ ਪ੍ਰੇਰਕ ਹਨ, ਤਾਂ ਹੰਕਾਰ ਦੀ ਨਿਵਰਤੀ ਲਈ ਵੈ ਸਾਧ ਸੰਗਤ ਜੀਓ ਇਸ ਪ੍ਰਕਾਰ ਉਪਦੇਸ਼ ਆਉਂਦਾ ਹੈ। ਤਾਂ ਸਾਧ ਸੰਗਤ ਜੀਓ ਇਸੇ ਤਰ੍ਹਾਂ ਜੋ ਭੁੱਲੜ ਤ੍ਰਿਸ਼ਨਾ ਵਿੱਚ ਜਲਦੀ ਹੋਈ ਜੀਵ ਰੂਪ ਇਸਤਰੀ ਹੈ, ਉਹ ਜਗ ਜੀਵਨ ਪੁਰਖ ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਵਿਸਾਰ ਕੇ ਮਾਨਸ ਸੰਧੀ ਆਸ। ਉਹ ਭੁੱਲੜ ਜੀਵ ਰੂਪ ਇਸਤਰੀ ਰਾਕਤ ਬੇਂਦ ਤੋਂ ਉਪਜਿਆ ਹੋਇਆ ਜੋ ਜੀਵ ਹੈ, ਮਨੁੱਖ ਹੈ, ਮਾਨਸ ਹੈ, ਉਸ ਤੇ ਆਸ ਰੱਖਦੀ ਹੈ ਕਿ ਇਸ ਨੇ ਮੇਰਾ ਲੋਕ ਪਰਲੋਕ ਵਿੱਚ ਸਹਾਇਤਾ ਹੋਣਾ ਹੈ। ਪਰ ਸਾਧ ਸੰਗਤ ਜੀ ਨੂੰ ਕੀ ਪਤਾ ਹੈ ਕਿ ਜੋ ਜਮ ਆਣ ਕੇ ਲੈ ਜਾਂਦੇ ਹਨ ਤਾਂ ਉਸ ਵਕਤ ਕਿਸੇ ਨੇ ਸਹਾਇਤਾ ਨਹੀਂ ਕਰਨੀ। ਇਸ ਲਈ ਸਤਿਗੁਰੂ ਨੇ ਫਰਮਾਇਆ ਹੈ, ਮਾਨੁ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕਾ ਭਗਵਾਨ। ਇੱਕੋ ਹੀ ਕੋ ਭਗਵਾਨ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਦਸਵੇਂ ਪਾਤਸ਼ਾਹ ਜੀ ਹਨ, ਜੋ ਸਾਰਿਆਂ ਦੀ ਲੋਕ ਪਰਲੋਕ ਦੇ ਵਿੱਚ ਬਾਹਾਂ ਫੜਦੇ ਹਨ। ਇਸ ਲਈ ਸਾਧ ਸੰਗਤ ਜੀ ਸਤਿਗੁਰੂ ਨੇ ਫਰਮਾਇਆ ਹੈ, ਜੋ ਸੰਸਾਰਾ ਕੇ ਕੁਟੰਬ ਮਿੱਤਰ ਭਾਈ ਦੀਸਹਿ ਮਨ ਮੇਰੇ, ਤੇ ਸਭ ਆਪਣਾ ਸਵਾਏ ਮਿਲਾਸਾ। ਕਿ ਹੈ ਮੇਰੇ ਮਨਾ ਜਿੰਨੇ ਵੀ ਮਿੱਤਰ ਕੁਟੰਬ ਆਦਿਕ ਸੰਬੰਧੀ ਹਨ, ਸਾਰੇ ਆਪਣੇ ਆਪਣੇ ਸਵਾਏ 'ਚ ਮਿਲੇ ਹੋਏ ਹਨ। ਇਸੇ ਲਈ ਜੇ ਤੋ ਦੇਨੇ ਓਨੇ ਕਾ ਸਵਾਉ ਹੋਏ ਨਾ ਆਵੇ, ਕਿ ਜਦੋਂ ਉਹਨਾਂ ਦਾ ਜੋ ਮਨੋਰਥ ਹੈ ਉਹ ਨਹੀਂ ਆਉਂਦਾ, ਭਾਵ ਪੂਰਾ ਹੋ ਗਿਆ, ਜਾਂ ਹੁਣ ਉਹਨਾਂ ਦਾ ਮਨੋਰਥ ਬਦਲ ਗਿਆ, ਤਾਂ ਹੁਣ ਕੋਈ ਉਹਨਾਂ ਦੀ ਤੈਨੂੰ ਆਪ ਦੀ ਕੋਈ ਲੋੜ ਨਹੀਂ ਹੈ, ਤਾਂ ਤੇ ਤੋ ਦਿਨ ਨੇੜਾ ਕੋ ਨਾ ਟੁਕਾਸਾ। ਤਾਂ ਉਸ ਦਿਨ ਕੋਈ ਨੇੜੇ ਨਹੀਂ ਲੱਗਦਾ, ਸਾਰੇ ਹੀ ਪਰਾਏ ਹੋ ਜਾਂਦੇ ਹਨ, ਤੂੰ ਕੌਣ ਤੇ ਮੈਂ ਕੌਣ। ਇਸ ਲਈ ਸਤਿਗੁਰੂ ਜੀ ਦਾ ਉਪਦੇਸ਼ ਹੈ, ਮੇਰੇ ਮਨ ਆਪਣਾ ਹਾਰੇ ਸੇਵੇ ਦਿਨੋ ਰਾਤੀ। ਹੇ ਮੇਰੇ ਮਨਾ, ਜੋ ਸਾਰਿਆਂ ਨੂੰ ਹਰਾ ਭਰਾ ਕਰਨ ਵਾਲੇ ਜਗਤ ਦੇ ਜੀਵਨ ਸਰੂਪ ਪੂਰਨ ਪੁਰਖ ਵਿਧਾਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਹਨ, ਤਿਨਾਂ ਨੂੰ ਦਿਨ ਰਾਤ ਸੇਵਾ, ਤਿਨਾਂ ਦੀ ਸੇਵਾ ਦਿਨ ਰਾਤ ਕਰਨਾ ਕੰਨ। ਕਿਉਂ? ਜੋ ਤੁਧ ਉਪਕਰੈ ਦੁਖ ਸੁਖਾਸਾ। ਜੋ ਸਤਿਗੁਰੂ ਜੀ ਆਪਣੇ ਤੇ ਬੇਅੰਤ ਪਰਉਪਕਾਰ ਕਰਦੇ ਹਨ, ਆਪਣੀ ਰੱਖਿਆ ਕਰਦੇ ਹਨ, ਅਤੇ ਜੋ ਆਪਣੇ ਦੁੱਖ ਹਨ, ਕਸ਼ਟ ਹਨ, ਉਹਨਾਂ ਨੂੰ ਸੁੱਖ ਵਿੱਚ ਬਦਲ ਦਿੰਦੇ ਹਨ। ਤੇ ਇਸੇ ਲਈ ਸਾਧ ਸੰਗਤ ਜੀ ਸਤਿਗੁਰੂ ਜੀ ਮਨ ਦੇ ਨੂੰ ਉਤਸ਼ਾਹਤ ਦੇਣ ਲਈ, ਦੋਲਨ ਤੋਂ ਬਚਾਉਣ ਲਈ ਸਤਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾਉਂਦੇ ਹਨ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਹ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ,
ਸੁੰਦਰ ਸ੍ਰੀ ਪਦ ਮਾਪਤ ਲੈ ਹੈ। ਦੋਇਆ ਭਾਏ ਬਿਗੁਚੀਐ। ਅਜਿਹੀ ਜੀਵ ਰੂਪ ਇਸਤਰੀ ਜੋ ਜਗ ਜੀਵਨ ਵਾਹਿਗੁਰੂ ਜੀ ਨੂੰ ਵਿਸਾਰ ਕੇ ਤ੍ਰਿਸ਼ਨਾ ਵਿੱਚ ਬਲਦੀ ਹੈ, ਉਹ ਸਾਧ ਸੰਗਤ ਜੀਓ ਨਾਮ ਤੋਂ ਹੀਣੀ ਹੋਣ ਕਰਕੇ, ਸਿਮਰਨ ਤੋਂ ਹੀਣ ਹੋਣੇ ਕਰਕੇ ਦੋਇਆ ਭਾਏ ਵਿਗੁਚੀ ਹੈ। ਦੋਇਆ ਭਾਵ ਦੁਐਤ ਭਾਵ ਦੇ ਵਿੱਚ ਵਿਗੁਚੀ ਖਰਾਬ ਹੋ ਜਾਂਦੀ ਹੈ। ਤੇ ਸਾਧ ਸੰਗਿਓ ਅਤਿਅੰਤ ਆਪ ਜੀ ਸਾਰੇ ਚਰਨਾਂ ਕਮਲ ਵਿੱਚ ਅਰਦਾਸ ਪ੍ਰੇਮ ਬੇਨਤੀ ਹੈ ਕਿ ਜੋ ਦੋਇਆ ਪਾਠ ਹੈ ਉਸ ਨੂੰ ਦੱਦੇ ਨੂੰ ਔਂਕੜ ਯਈਆ ਦੁਲਾਵਾ ਹੈ, ਸੋ ਦੋਇਆ ਯਈਆ ਪੂਰਨ ਉਚਾਰਨ ਕਰਕੇ ਸਤਿਗੁਰਾਂ ਜੀ ਦੀਆਂ ਅਤਿਅੰਤ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਤਾਂ ਦੁਐਤ ਭਾਵ ਹੈ ਕਿ ਜੋ ਆਪਣੇ ਆਪ ਨੂੰ ਸਰੀਰ ਦੇਹ ਮੰਨਣਾ, ਵਾਹਿਗੁਰੂ ਜੀ ਨੂੰ ਕਰਤਾ ਹਰਤਾ ਸਭ ਕੁਝ ਭੁੱਲ ਕੇ ਆਪਣੇ ਆਪ ਨੂੰ ਕਰਤਾ ਮੰਨਣਾ, ਜਾਂ ਗੁਰਮੁਖ ਸਾਊ ਮਹਾਂਪੁਰਖਾਂ ਦੇ ਨਾਲ ਈਰਖਾ ਕਰਨੀ, ਦਵੈਸ਼ ਕਰਨੀ, ਇਸ ਦਵੈਸ਼ ਦੇ ਵਿੱਚ ਜੀਵ ਰੂਪ ਇਸਤਰੀ ਖੁਆਰ ਹੋ ਜਾਂਦੀ ਹੈ। ਗਾਲੇ ਪਈ ਸੋ ਜਮ ਕੀ ਫਾਸ। ਦਵੈਤ ਭਾਵ ਦੇ ਵਿੱਚ ਖਰਾਬ ਹੋਈ ਹੋਈ ਜੀਵ, ਉਸ ਦੇ ਜੋ ਗਲ ਵਿੱਚ ਭਲੀ ਪ੍ਰਕਾਰ ਜਮਾਂ ਦੀ ਫਾਸੀ ਪੈ ਜਾਂਦੀ ਹੈ। ਅਤੇ ਇਸੇ ਤਰ੍ਹਾਂ ਇਸ ਲੋਕ ਦੇ ਵਿੱਚ ਹੁੰਦਿਆਂ ਹੋਇਆਂ ਕਾਮ, ਕ੍ਰੋਧ, ਲੋਭ ਆਦਿਕਾਂ ਵਿਸ਼ੇ ਵਿਕਾਰਾਂ ਦੀ ਜੋ ਜਮ ਰੂਪ ਹਨ, ਇਹਨਾਂ ਦੀ ਗਲ, ਉਹਨਾਂ ਦੀ ਫਾਹੀ ਗਲ ਵਿੱਚ ਪੈ ਜਾਂਦੀ ਹੈ, ਭਾਵ ਵਿਸ਼ੇ ਦੇ ਅਧੀਨ ਹੋ ਕੇ ਖਰਾਬ ਹੋ ਜਾਂਦੀ ਹੈ। ਅਤੇ ਪਰਲੋਕ ਵਿੱਚ ਪਰਲੋਕ ਗਮਨ ਕਰਨ ਤੋਂ ਉਸ ਨੂੰ ਸਾਧ ਸੰਗਤ ਜੀਓ ਧਰਮਰਾਜ ਦੇ ਜੋ ਦੂਤ ਹਨ, ਅਜ਼ਰਾਈਲ, ਮੇਕਾਈਲ ਆਦਿਕਾਂ ਦੇ ਜਮਾਂ ਦੀ ਫਾਸੀ ਪੈ ਜਾਂਦੀ ਹੈ। ਸਤਿਗੁਰੂ ਜੀ ਆਸਾ ਕੀ ਵਾਰ ਦੇ ਵਿੱਚ ਫਰਮਾਉਂਦੇ ਹਨ, ਆਪੀ ਨ ਭੋਗ ਭੋਗੇ ਕੈ ਹੋਏ ਭਸਮੜੇ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰੂ ਗਾਲੋ ਸੰਗਲ ਘਾਤੇ ਚਲਾਇਆ। ਜਿਹਾ ਬੀਜੈ ਸੋ ਲੁਣੈ। ਸਤਿਗੁਰੂ ਜੀ ਹੁਣ ਖੇਤੀ ਦਾ ਦ੍ਰਿਸ਼ਟਾਂਤ ਦੇ ਰਹੇ ਹਨ ਕਿ ਜਿਹੋ ਜਿਹਾ ਆਪਾਂ ਬੀਜ ਬੀਜਾਂਗੇ ਤੇਹੋ ਜਿਹਾ ਫਲ ਵੱਢਾਂਗੇ। ਭਾਵ ਜੋ ਇਹ ਸਰੀਰ ਹੈ, ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ। ਇਹ ਸਾਧ ਸੰਗਤ ਜੋ ਸਰੀਰ ਇੱਕ ਖੇਤ ਹੈ, ਜਿਸ ਵਿੱਚ ਜਿਹੋ ਜਿਹਾ ਆਪਾਂ ਕਰਮ ਕਰਦੇ ਹਾਂ ਤੇਹੋ ਜਿਹਾ ਉਹ ਫਲ ਭੁਗਤਣਾ ਪੈਂਦਾ ਹੈ। ਇਸ ਲਈ ਸਾਧ ਸੰਗਤ ਸਤਿਗੁਰੂ ਜੀ ਨੇ ਫਰਮਾਇਆ ਹੈ, ਪਹਿਲਾ ਧਰਤੀ ਸਾਧ ਕੈ ਦੇ ਸਾਚੋ ਨਾਮ ਦੇ ਦਾਨ। ਜੋ ਇਹ ਸਰੀਰ ਰੂਪੀ ਦੇਹ ਹੈ, ਇਸ ਨੂੰ ਸਾਧਨਾ ਕਰੋ। ਸਾਧ ਕਿਸ ਤਰ੍ਹਾਂ ਕਰਨੀ ਹੈ? ਸਤਿਗੁਰਾਂ ਜੀ ਦੇ ਉਪਦੇਸ਼ ਦੁਆਰਾ। ਸਤਿਗੁਰਾਂ ਜੀ ਦੀ ਜੋ ਗੁਰਬਾਣੀ, ਸਤਿਗੁਰੂ ਗੁਰਬਾਣੀ ਬਖਸ਼ੀ ਹੈ, ਉਸ ਨੂੰ ਕਮਾ ਕੇ, ਉਸ ਨੂੰ ਸੁਣ ਕੇ, ਉਸ ਦੇ ਸਤਿਗੁਰਾਂ ਦੇ ਆਸੇ ਅਨੁਸਾਰ ਸਰੀਰ ਨੂੰ ਸਾਧਨਾ ਹੈ, ਭਾਵ ਖੇਤ ਨੂੰ ਸਾਧਨਾ ਹੈ, ਭਾਵ ਸਾਫ ਸੁਥਰੀ ਕਰਨੀ ਹੈ। ਜਿਵੇਂ ਗੁਰਬਾਣੀ ਤੇ ਇਸੇ ਤਰ੍ਹਾਂ ਸਰੀਰ ਨੂੰ ਸਾਧ ਕੇ ਉਸ ਦੇ ਵਿੱਚ ਨਾਮ ਰੂਪੀ ਬੀਜ ਬੀਜਣਾ ਹੈ। ਜਿਸ ਨਾਮ ਦੀ ਬੀਜਨੇ ਕਰਕੇ ਨਿਰਗੁਣ ਨਿਰੰਕਾਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਹਿਰਦੇ ਚ ਮੂੰਹ ਚ ਅੰਮ੍ਰਿਤ, ਦਿਲ ਦਿਮਾਗ ਗੁਰਬਾਣੀ ਪ੍ਰਾਪਤ ਹੁੰਦੀ ਹੈ। ਤਾਂ ਬੀਜਣ ਦੀ ਵਿਧੀ ਇਸ ਪ੍ਰਕਾਰ ਹੈ, ਜੋ ਕਿ ਸੁਣਿਆ ਮੰਨਿਆ ਮਾਨ ਕੀਤਾ ਭਾਉ। ਜੋ ਗੁਰਬਾਣੀ ਦਾ ਜੋ ਸਤਿਗੁਰੂ ਜੀ ਦਾ ਉਪਦੇਸ਼ ਹੈ, ਇਹ ਜੋ ਸਰਵਣ ਕਰਨਾ ਹੈ, ਇਹ ਨਾਮ ਦਾ ਬੀਜਣਾ ਹੋਇਆ ਕਿ ਜੋ ਆਪਾਂ ਬੀਜੋਗੇ ਫਿਰ ਹੀ ਉਸ ਦਾ ਜੋ ਸਤਿਗੁਰੂ ਦੀ ਕਿਰਪਾ ਦੁਆਰਾ ਫਲ ਪ੍ਰਾਪਤ ਕਰੋਗੇ। ਤਾਂ ਉਸ ਨਾਮ ਨੂੰ ਸਰਵਣ ਕਰਕੇ ਫਿਰ ਨਾਮ ਦਾ ਜੋ ਮੰਨਣਾ ਕਰਨਾ ਹੈ ਕਿ ਸਤਿਗੁਰੂ ਜੀ ਨੇ ਫਰਮਾਇਆ ਹੈ ਕਿ ਫਿੱਕਾ ਨਹੀਂ ਬੋਲਣਾ, ਤਾਂ ਉਸ ਉਪਦੇਸ਼ ਨੂੰ ਮੰਨ ਲਿਆ। ਤਾਂ ਕਰਨ ਉਸਨੇ ਕਾਹੂ ਕੀ ਨਿੰਦਾ ਨਹੀਂ ਕਰਨੀ। ਪਰਤੇ ਰੂਪ ਨਾ ਪੇਖਿਆ ਨੇਤਰ, ਪਰਤੇ ਰੂਪ ਵਿਕਾਰ ਦ੍ਰਿਸ਼ਟੀ ਨਾਲ ਨਹੀਂ ਦੇਖਣਾ, ਭਾਵ ਉੱਕਾ ਹੀ ਨਹੀਂ ਦੇਖਣਾ, ਸਦਾ ਹੀ ਨੀਵੀਂ ਪਾ ਕੇ ਰੱਖਣੀ ਆ। ਦਸਾਂ ਪੰਜ ਦੇ ਡਾਕਟਰ ਜਾਂ ਸੰਨ ਇਸ ਕਰਕੇ ਪਛਾਣਨਾ ਹੈ। ਜਾਂ ਤੜਕਾ ਨਹੀਂ ਖਾਣਾ, ਭਾਂਤ ਭਾਂਤ ਪਛਤ ਭਗਵਾਨ ਉਪਿਤ ਰੋਗ ਦੇਹ ਤੇ ਨਾਨਾ, ਸਵਾਦਾਂ ਦੇ ਪਿੱਛੇ ਨਹੀਂ ਲੱਗਣਾ। ਆਦਿਕ ਜੋ ਸਤਿਗੁਰੂ ਉਪਦੇਸ਼ ਨੂੰ ਸਰਵਣ ਕਰਕੇ ਉਸ ਨੂੰ ਮੰਨਣਾ ਹੈ, ਇਹ ਸਾਧ ਸੰਗਤ ਜੀ ਉਹ ਨਾਮ ਰੂਪੀ ਬੀਜ ਤੇ ਪਾਣੀ ਪਾਉਣਾ ਹੈ। ਤੇ ਜੋ ਉਸ ਜੋ ਬੀਜ ਬੀਜਿਆ ਹੈ, ਉਸ ਨੂੰ ਪਾਣੀ ਦਿੱਤਾ ਹੈ, ਜੋ ਹੁਣ ਉਹ ਬੀਜ ਉਗਦਾ ਹੈ, ਉਹ ਨਿਧਿਆਸਨ ਹੈ। ਭਾਵ ਉਸ ਤੇ ਹੁਣ ਕਮਾਈ ਕਰਨਾ, ਉਸ ਉਪਦੇਸ਼ ਤੇ ਅਮਲ ਵਿੱਚ ਲਿਆਉਣਾ ਕਿ ਹੁਣ ਅਸਲ ਵਿੱਚ ਹੀ ਉਹ ਗੁਰਮੁਖ
ਜੋ ਸਤਿਗੁਰ ਉਪਦੇਸ਼ ਹੈ ਕਿ ਕਰਨਾ ਸੁਣਿਆ ਕਾਹੂ ਕਿੰਦਾ, ਹੁਣ ਨਿੰਦਾ ਨਹੀਂ ਸੁਣਦੇ, ਨਿੰਦਾ ਵੱਲੋਂ ਵਿਵੇਕ ਰੱਖਿਆ ਧਾਰਿਆ ਹੋਇਆ ਹੈ, ਜਾਂ ਮਿੱਠਾ ਬੋਲਦੇ ਹਨ, ਵਿਕਾਰ ਦ੍ਰਿਸ਼ਟੀ ਨਾਲ ਨਹੀਂ ਦੇਖਦੇ, ਕੁਸੰਗਤ ਵੀ ਨਹੀਂ ਜਾਂਦੇ, ਜਾਂ ਸਤਿਗੁਰ ਜੀ ਨੇ ਫਰਮਾਇਆ ਹੈ ਝਾਲਾਂਗੇ ਓਠੇ ਨਾਮ ਜਾਪੋ ਨੇਸੇ ਬਾਸੁਰ ਆਰਾਧੇ, ਜਾਂ ਸਤਿਗੁਰ ਉਪਦੇਸ਼ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਦਾ ਸਿਮਰਨ ਕਰਨਾ ਹੈ, ਤਾਂ ਸਾਧ ਸੰਗਤ ਜੀ ਉਹ ਗੁਰਸਿੱਖ ਉਸੇ ਪ੍ਰਕਾਰ ਉਸ ਨੂੰ ਕਮਾਉਂਦੇ ਹਨ ਗੁਰਾਂ ਜੀ ਦੀ ਕਿਰਪਾ ਦੁਆਰਾ। ਤਾਂ ਜੋ ਇਸ ਸਬਨ ਮੰਨਣ ਨਿਧਿਆਸਨ ਭਾਵ ਕਮਾ ਕੇ ਜੋ ਫਲ ਪ੍ਰਾਪਤ ਹੋਣਾ ਹੈ ਉਹ ਗੁਰਾਂ ਜੀ ਦੀ ਕਿਰਪਾ ਦੁਆਰਾ ਹਿਰਦੇ ਚ ਮੂੰਹ ਚ ਅੰਮ੍ਰਿਤ, ਦਿਲ ਦਿਮਾਗ ਗੁਰਬਾਣੀ, ਨਿਰਗੁਣ ਸਾਹਿਬ ਦੀ ਏਕਤਾ, ਸਤਿਗੁਰਾਂ ਜੀ ਸਾਖਿਆਤ ਦਾ ਜੋ ਫਲ ਪ੍ਰਾਪਤ ਹੁੰਦਾ ਹੈ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀਓ ਸਤਿਗੁਰ ਅੱਗੇ ਹੁਣ ਗਾਂ ਉਪਦੇਸ਼ ਫਰਮਾਉਂਦੇ ਹਨ। ਮੱਥਾ ਜੋ ਲੇਖੇ ਆਸੋ, ਸੋ ਜੋ ਜੀਵ ਚੰਗੇ ਮਾੜੇ ਕਰਮ ਕਰਦਾ ਹੈ, ਉਸ ਜੋ ਉਹ ਕਰਮ ਕੀਤੇ ਹਨ ਉਹਨਾਂ ਕਰਮਾਂ ਦੇ ਅਨੁਸਾਰ ਉਸ ਦੇ ਜੀਵ ਦੇ ਮੱਥੇ ਤੇ ਲੇਖ ਲਿਖੇ ਭਲੀ ਪ੍ਰਕਾਰ ਲਿਖੇ ਜਾਂਦੇ ਹਨ। ਤੋ ਇਸੇ ਲਈ ਸਾਧ ਸੰਗਤ ਸਤਿਗੁਰ ਨੇ ਫਰਮਾਇਆ ਹੈ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਪ੍ਰਾਪਤ ਤਿਸ ਕੋ ਹੋਤ ਪ੍ਰਾਪਤ ਸੁਆਮੀ, ਕਿ ਨਿਸ਼ਕਾਮ ਹੋ ਕੇ ਜੋ ਆਪਾਂ ਸੇਵਾ ਸਿਮਰਨ ਕਰਨਾ ਹੈ, ਜੋ ਵੀ ਕਰਮ ਕਰਨਾ ਹੈ ਹੰਗਤਾ ਤੋਂ ਰਹਿਤ ਹੋ ਕੇ ਕਰੀਏ ਤਾਂ ਸਾਧ ਸੰਗਤ ਜਿਉ ਫਿਰ ਉਹ ਲੇਖੇ 'ਚ ਨਹੀਂ ਗਿਣੇ ਜਾਂਦੇ, ਲੇਖੇ ਤੋਂ ਰਹਿਤ ਹੋ ਜਾਂਦੇ ਹਾਂ ਸਤਿਗੁਰ ਦੀ ਕਿਰਪਾ ਦੁਆਰਾ। ਤਾਂ ਇਸੇ ਤਰ੍ਹਾਂ ਮਹਾਂਪੁਰਖਾਂ ਨੇ ਬਚਨ ਫਰਮਾਏ ਸਨ ਕਿ ਨਿਸ਼ਕਾਮੀ ਦੇ ਅਰਥ ਵੀ ਉਹੀ ਹੈ ਜੋ ਹੰਗਤਾ ਤੋਂ ਰਹਿਤ ਹੋ ਕੇ ਕਰਮ ਕਰੇ। ਜੇ ਹੰਗਤਾ ਰਹਿ ਸਹਿਤ ਹੋ ਕੇ ਕਰੇ ਤਾਂ ਫਿਰ ਸਾਧ ਸੰਗਤ ਜੀ ਉਹ ਲੇਖੇ ਵਿੱਚ ਜੋਖੇ ਵਿੱਚ ਪੈ ਜਾਂਦਾ ਹੈ। ਤੇ ਸਤਿਗੁਰੂ ਗੁਰਬਾਣੀ ਵਿੱਚ ਫਰਮਾਨ ਹੈ ਕਿ ਜੋ ਹੰਗਤਾ ਕਰਦਾ ਹੈ ਫਿਰ ਉਹ ਨਿਕਾਮੀ ਨਹੀਂ ਹੈ। ਤਾਂ ਹੰਗਤਾ ਦੀ ਨਿਵਰਤੀ ਵੀ ਸਤਿਗੁਰੂ ਨੇ ਉਸੇ ਸ਼ਬਦ ਵਿੱਚ ਫਰਮਾਇਆ ਹੈ ਕਿ ਗੁਰ ਸ਼ਬਦ ਦੁਆਰਾ ਉਸ ਨੂੰ ਗੁਰਬਾਣੀ ਵਿਚਾਰਨ ਕਰਕੇ ਹੰਗਤਾ ਦੀ ਨਿਵਰਤੀ ਹੁੰਦੀ ਹੈ। ਤੇ ਇਸੇ ਤਰ੍ਹਾਂ ਸਤਿਗੁਰੂ ਜੀ ਹੁਣ ਅਗਾਂਹ ਫਰਮਾਉਂਦੇ ਹਨ। ਰਹਿਣ ਵਿਹਾਣੀ ਪਾਛੋ ਤਾਣੀ, ਜਦੋਂ ਉਸ ਜੀਵ ਰੂਪ ਇਸਤਰੀ ਦਾ ਹੁਣ ਸਾਧ ਸੰਗਤ ਜੀ ਫਰਮਾਉਂਦੇ ਹਨ, ਜਦੋਂ ਉਹ ਭੁੱਲੜ ਜੀਵ ਰੂਪ ਇਸਤਰੀ ਜਿਸ ਨੇ ਵਾਹਿਗੁਰੂ ਜੀ ਨੂੰ ਵਿਸਾਰ ਕੇ ਦਵੈਤ ਭਾਵ ਵਿੱਚ ਲੱਗ ਕੇ ਮਾੜੇ ਹੀ ਕਰਮ ਦੇ ਰੂਪ ਬੀਜ ਬੀਜਦੀ ਹੈ, ਜਦੋਂ ਮਨੁੱਖਾਂ ਦੀ ਆਸ ਲੈ ਕੇ ਜਦੋਂ ਉਸ ਦਾ ਜੋ ਉਮਰ ਰੂਪੀ ਰਾਤ ਹੈ ਉਹ ਬੀਤਣ ਤੋਂ ਭਾਵ ਜਦੋਂ ਮੌਤ ਆ ਜਾਂਦੀ ਹੈ, ਰਹਿਣ ਵਿਹਾਣੀ ਪਛਤਾਣੀ, ਤਾਂ ਸਾਧ ਸੰਗਤ ਜੀਓ ਤਾਂ ਉਹ ਅਤਿਅੰਤ ਪਛਤਾਚਾਪ ਕਰਦੀ ਹੈ ਕਿ ਮੈਂ ਤਾਂ ਜੋ ਮਨੋਰਥ ਵਾਸਤੇ ਆਈ ਸੀ ਉਹ ਤਾਂ ਪੂਰਾ ਨਹੀਂ ਕੀਤਾ, ਦਵੈਤ ਭਾਵ ਵਿੱਚ ਲੱਗ ਕੇ ਜੀਵਨ ਖੁਆਰ ਕਰ ਬੈਠੀ ਹਾਂ, ਗਵਾ ਬੈਠੀ ਹਾਂ। ਉਪਦੇਸ਼ ਕੀ ਹੈ, ਮਨੋਰਥ ਕੀ ਹੈ ਮਨੁੱਖਾ ਜਨਮ ਦਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਆਵਰ ਕਾਜ ਤੇਰਾ ਕਿਤੇ ਨਾ ਕਾਮ, ਮੇਲੋ ਸਾਧ ਸੰਗਤ ਭਾਜੋ ਕੇਵਲ ਨਾਮ। ਇਹ ਸਾਧ ਸੰਗਤ ਜੋ ਜੀਵਨ ਦਾ ਆਸ਼ਾ ਹੈ, ਏਮ ਹੈ, ਮਨੋਰਥ ਹੈ, ਪਰ ਜਿਸ ਨੂੰ ਵਿਸ਼ੇ ਵਿਕਾਰਾਂ ਦੀ ਤਪਸ਼ ਲੱਗ ਰਹੀ ਹੈ, ਸੜ ਰਹੀ ਹੈ, ਉਹ ਸਾਧ ਸੰਗਤ ਜੋ ਇਸ ਪਵਿੱਤਰ ਗੁਰਮੁਖ ਗਾਡੀ ਰਾਹ ਤੋਂ ਖਿਸਕ ਕੇ ਵਿਕਾਰਾਂ 'ਚ ਦੁਰਮਤ ਲੱਗ ਕੇ ਅਤਿਅੰਤ ਮੌਤ ਆਉਣ ਤੋਂ ਪਛਤਾਤਾਪ ਕਰਦੀ ਹੈ, ਤਾਂ ਫਿਰ ਉਸ ਨੂੰ ਸਾਧ ਸੰਗਤ ਜੋ ਇਸ ਸਿਖਿਆਤਾ ਹੁੰਦੀ ਹੈ ਕਿ ਜਿਨ੍ਹਾਂ ਝੂਠੇ ਰਖਤ ਬਿੰਦ ਉਪਜੇ ਜੀਵਾਂ ਦੀ ਮੈਂ ਆਸਾ ਕਰਦੀ ਸਾਂ, ਟੇਕ ਰਹਿੰਦੀ ਸਾਂ, ਉਹ ਹੁਣ ਮੈਨੂੰ ਛੱਡ ਚੱਲੇ ਹਨ। ਭਾਵ ਜੋ ਇੰਦਰੇ ਸਨ, ਇੰਦਰੀਆਂ ਦੇ ਆਸੇ ਤੇ ਰਹਿ ਰਹੀ ਸੀ, ਇਹ ਵੀ ਹੁਣ ਆਪਣੇ ਆਪਣੇ ਮਨੋਰਥ ਨੂੰ ਚੱਲੇ ਹਨ, ਛੱਡ ਚੱਲੇ ਹਨ ਜੀਵ ਨੂੰ। ਤਾਂ ਫਿਰ ਪਛਤਾਚਾਪ ਕਰਕੇ ਓਠੇ ਚੱਲੀ ਗਈ ਨਿਰਾਸ, ਤਾਂ ਜੋ ਪ੍ਰਭੂ ਪ੍ਰਾਪਤੀ ਵਾਹਿਗੁਰੂ ਜੀ ਦੀ ਪ੍ਰਾਪਤੀ ਤੋਂ ਬਗੈਰ ਪਤੀ ਜੀ ਦੀ ਸਾਖਿਆਤਤਾ ਏਕਤਾ ਭੇਦਤਾ ਤੋਂ ਬਿਨਾਂ ਹੋ ਕੇ ਜੋ ਮਨੋਰਥ ਸੀਗਾ ਉਸ ਤੋਂ ਆਸ਼ਾ, ਉਸ ਤੋਂ ਨਿਰਾਸ਼ੀ ਹੋ ਕੇ ਸੰਸਾਰ ਤੋਂ ਉੱਠ ਚੱਲੀ ਹੈ। ਤੇ ਇਸ ਲਈ ਸਤਿਗੁਰੂ ਨੇ ਫਰਮਾਇਆ ਹੈ ਦੁਖੀ ਦੁਹਾਗਨ ਨੇ ਦੋਏ ਪੱਖ ਹੀਨੀ, ਉਹ ਜਿਸ ਦੁਹਾਗਨ ਜੀਵ ਰੂਪ ਇਸ ਨੇ ਵਾਹਿਗੁਰੂ ਪ੍ਰਾਪਤੀ ਨਹੀਂ ਕੀਤੀ ਹੈ ਉਹਦਿਆਂ ਦੁਖੀ ਹੋ ਜਾਂਦੀ ਹੈ। ਲੋਕ ਪਰਲੋਕ ਦੇ ਪੱਖਾਂ ਭਾਵ ਸੰਸਾਰ ਵਿਵਹਾਰਕ ਪਰਮਾਰਥ ਦੇ ਕਾਰਜਾਂ ਦੋ ਪੱਖ ਤੋਂ ਰਹਿਤ ਹੋ ਕੇ ਦੋਨੋਂ ਪੱਖੋਂ ਗਵਾ ਬੈਠਦੀ ਹੈ। ਦੁਖੀ ਦੁਹਾਗਨ ਦੋਏ ਪੱਖ ਹੀਨੀ, ਜਿਨ ਨਾਹ ਨਿਰੰਤਰ ਭਗਤ ਨ ਕੀਨੀ, ਜਿਸ ਨੇ ਆਪਣੇ ਪ੍ਰਭੂ ਵਾਹਿਗੁਰੂ ਜੀ ਦੀ ਭਗਤੀ ਨਹੀਂ ਕੀਤੀ ਤਾਂ ਉਸ ਦਾ ਹਾਲ ਸਤਿਗੁਰੂ ਫਰਮਾਉਂਦੇ ਹਨ।
ਪੁਰ ਸਲਾਤ ਕਾ ਪੰਥ ਦੁਹੇਲਾ। ਜੋ ਜਮਦਾਰ ਪੰਥ, ਜੋ ਨਰਕ ਨੂੰ ਜਾਂਦਾ ਜੋ ਰਸਤਾ ਹੈ, ਅਤਿਅੰਤ ਹੀ ਡਰਾਉਣਾ ਹੈ, ਦੁਖਦਾਈ ਹੈ। ਤਾਂ ਸੰਗ ਨ ਸਾਥੀ ਕਵਨ ਇਕੇਲਾ। ਤਾਂ ਜਿੱਥੇ ਸਾਧੂ ਨੇ ਫਰਮਾਇਆ ਹੈ, ਮਾਨੋ ਕੀ ਟੇਕ ਬਿਰਥੀ ਸਭ ਜਾਨ, ਜਾਂ ਜਹ ਮਾਤ ਪਿਤਾ ਸੁਤ ਮੀਤ ਨ ਭਾਈ। ਤਾਂ ਜਿੱਥੇ ਹੁਣ ਉਹਦੇ ਮਾਤਾ ਪਿਤਾ ਸਾਖ ਸੰਬੰਧੀ ਨੇ ਸਹਾਇਤਾ ਨਹੀਂ ਕਰਨੀ, ਉੱਥੇ ਹੁਣ ਕੱਲੀ ਚੱਲੀ ਹੈ। ਨਾਮ ਜੀ ਵਾਹਿਗੁਰੂ ਜੀ ਦੀ ਪ੍ਰਾਪਤੀ ਤੋਂ ਬਿਨਾ ਦੁੱਖ ਭੋਗਦੀ ਹੈ। ਜਿਨ ਕੋ ਸਾਧੂ ਭੇਟੀਐ। ਹੁਣ ਸਤਿਗੁਰੂ ਸਾਧ ਰੂਪ ਆਪਣਾ ਤਨ ਧਾਰਿਆ। ਧੰਨ ਧੰਨ ਦਸਾਂ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧ। ਜਿੱਥੇ ਵੀ ਸਾਧ ਅੱਖਰ ਸੰਤ ਗੁਰਮੁਖ ਮਹਾਂਪੁਰਖ ਬ੍ਰਹਮ ਗਿਆਨੀ ਅੱਖਰ ਆਉਂਦਾ ਹੈ ਗੁਰਬਾਣੀ ਦੇ ਵਿੱਚ, ਮਹਾਂਪੁਰਖ ਭਗਤ ਜੀ ਦੱਸਿਆ ਕਰਦੇ ਹਨ ਕਿ ਸਭ ਤੋਂ ਪਹਿਲਾਂ ਮਨ ਦੇ ਵਿੱਚ ਇਹ ਲਿਆਉਣਾ ਹੈ ਕਿ ਇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹ ਜੀ ਬਾਰੇ ਕਹਿ ਰਹੇ ਹਨ। ਜਿਵੇਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਆਉਂਦੀ ਹੈ, ਸਾਧ ਦੀ ਅਸ਼ਟਪਦੀ ਆਉਂਦੀ ਹੈ, ਇਹ ਸਾਰੀ ਸਾਧ ਸੰਗਤ ਜੀ ਸਤਿਗੁਰਾਂ ਜੀ ਦੀ ਉਪਮਾ ਹੈ। ਤਾਂ ਫਿਰ ਸਾਧ ਸੰਗਤ ਜੀ ਸਾਧ ਜਿਵੇਂ ਖਟ ਲਖਨ ਪੂਰਨ ਪੁਰਖ ਨਾਨਕ ਨਾਮ ਸਾਧ ਸੁਜਨ ਹੈ, ਜੋ ਸਤਿਗੁਰੂ ਸ੍ਰੀ ਸ਼ਲੋਕ ਸਹਸਕ੍ਰਿਤ ਦੇ ਵਿੱਚ ਜੋ ਸਾਧੂ ਸ੍ਰੇਸ਼ਟ ਮਹਾਂਪੁਰਖਾਂ ਦੇ ਸੁਲੋਚਨ ਦੱਸੇ ਹਨ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਆਦਿ ਬਚਨ ਫਰਮਾਏ ਹਨ। ਅਪਰੋਕਤ ਸ਼ੁਭ ਗੁਣਾਂ ਦੇ ਸਹਿਤ ਜੋ ਗੁਰਮੁਖ ਮਹਾਂਪੁਰਖ ਹੋਇਆ ਕਰਦੇ ਹਨ, ਜਿਵੇਂ ਬਾਬਾ ਬੁੱਢਾ ਸਾਹਿਬ ਜੀ, ਬਾਬਾ ਬਿਧੀ ਚੰਦ ਜੀ, ਭਾਈ ਕੇਦਾਰੀ ਜੀ, ਬਾਬਾ ਅਤਰ ਸਿੰਘ ਸਾਹਿਬ ਮਸਤੂਨ ਵਾਲੇ, ਬਾਬਾ ਗੁਰਬਚਨ ਸਿੰਘ ਸਾਹਿਬ ਮਸਤ ਭਿੰਡਰਾਂ ਵਾਲੇ ਆਦਿ ਬੇਅੰਤ ਹੀ ਕਮਾਈ ਵਾਲੇ ਮਹਾਂਪੁਰਖ ਹੋਇਆ ਕਰਦੇ ਹਨ। ਸਾਧੂ ਜਿਨ ਕੋ ਸਾਧੂ ਭੇਟੀਐ। ਜਿਨ੍ਹਾਂ ਜੀਵ ਰੂਪ ਇਸਤਰੀ ਨੂੰ ਅਪਰੋਕਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰਮੁਖਾਂ ਸਾਧੂਆਂ ਦੀ ਸੰਗਤ ਭੇਟੀ ਪ੍ਰਾਪਤ ਹੁੰਦੀ ਹੈ, ਸੋ ਦਰਗਹ ਹੋਏ ਖਲਾਸ। ਅਜਿਹੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰਸਿੱਖਾਂ ਦੀ ਸ੍ਰੇਸ਼ਟ ਸੰਗਤ ਪ੍ਰਾਪਤ ਹੋਣ ਤੋਂ ਫਲ ਕੀ ਮਿਲਦਾ ਹੈ ਕਿ ਵੇਸ਼ੇ ਵਿਕਾਰਾਂ ਕਾਮ ਕ੍ਰੋਧ ਇੰਦਰੀਆਂ ਤੋਂ ਜਮਾ ਤੋਂ ਖੁਲਾਸਾ, ਮੁਕਤੀ ਪ੍ਰਾਪਤ ਹੋ ਕੇ ਭਾਵ ਸਰੂਪ ਨੂੰ ਭਾਵ ਕੇਵਲ ਮੁਕਤੀ ਨੂੰ ਪ੍ਰਾਪਤ ਹੋ ਕੇ ਸਤਿਗੁਰਾਂ ਜੀ ਦੇ ਸਰੂਪ ਵਿੱਚ ਲੀਨ ਹੋ ਕੇ ਸੰਸਾਰ ਤੋਂ ਮੁਕਤ ਸਤਿਗੁਰਾਂ ਜੀ ਦੇ ਦਰਗਾਹ ਭਾਵ ਸੱਚਖੰਡ ਨੂੰ ਬ੍ਰਹਮ ਗਿਆਨ ਦੇ ਸਹਿਤ ਲਾਲ ਰੰਗ ਤੇ ਸਕੋ ਲੱਗਾ, ਜਿਸ ਕੇਵਟ ਭਾਗਾ ਲਾਲ ਰੰਗ ਦੇ ਸਹਿਤ ਸਤਿਗੁਰਾਂ ਜੀ ਦੇ ਪ੍ਰੀਤੀ ਦੇ ਵਿੱਚ ਰੰਗੇ ਹੋਏ ਕਵਨ ਬਨੀਰੀ ਤੇਰੀ ਲਾਲੀ ਅਨੁਸਾਰ ਲਾਲ ਸੁਰਕਰੂਰ ਹੋ ਕੇ ਸੋਭਾ ਸਹਿਤ ਸੱਚਖੰਡ ਵਿਖੇ ਜਾ ਬਰਾਜਦੇ ਹਨ। ਜਾਂ ਦਰਗ ਇਸੇ ਪ੍ਰਕਾਰ ਸਾਧ ਸੰਗ ਵਿੱਚ ਵੀ ਉਹ ਉਜਲ ਸ੍ਰੇਸ਼ਟ ਮਹਾਂਪੁਰਖ ਗਿਣੇ ਜਾਂਦੇ ਹਨ। ਸਰੀਰ ਤੋਂ ਭਾਵ ਦੇਹ ਮੁਕਤ ਭਾਵ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਸੰਗਤ ਵਾਹਿਗੁਰੂ ਸੰਗਤ ਕੀਚੈ ਸਾਧ ਕੀ ਉਪਜਾ ਆਤਮਾ ਗਿਆਨ। ਕਿ ਸੇ ਸਾਧੂਆਂ ਦੀ ਸੰਗਤ ਕਰਨ ਨਾਲ ਆਤਮ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸੰਤਨ ਕੇ ਪ੍ਰਸਾਦ ਤੇ ਭੇਟਿਆ ਪੁਰਖੋ ਪੁਰਾਨ। ਕਰ ਕਿਰਪਾ ਪ੍ਰਭ ਆਪਣੀ। हे ਪ੍ਰਭ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪਣੀ ਵਿਸਮਾਦ ਬੇਸਮਾਰ ਅਥਾਹ ਅਗਣਤ ਅਤੁਲ ਮਹਾ ਵਿਸਮਾਦ ਕਿਰਪਾ ਕਰਨਾ ਕਰੋ। ਤੇਰੇ ਦਰਸ਼ਨ ਹੋਏ ਪਿਆਸ। ਮਾਈ ਮੇਰੇ ਮਨ ਕੀ ਪਿਆਸ, ਏਕੋ ਖੇਨੋ ਰਹਿ ਨ ਸਕਾਉ ਬੇਨੋ ਪ੍ਰੀਤਮ। ਦਰਸ਼ਨ ਦੇਖਨ ਕੋ ਧਾਰੀ ਮਨ ਆਸ। ਕਿ ਦਾਸਨ ਦਾਸ ਦੇ ਮਨ ਦੇ ਵਿੱਚ ਰੋਮ ਰੋਮ ਦੇ ਹਿਰਦੇ ਵਿੱਚ ਇਹੀ ਆਸ ਹੈ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਆਪਣੇ ਵਿਸਮਾਦ ਸੁੰਦਰ ਮਨੋਹਰ ਮਨ ਨੂੰ ਮੋਹਣ ਵਾਲੇ ਪਵਿੱਤਰ ਦਰਸ਼ਨ ਬਖਸ਼ਣਾ ਕਰੋ। ਕਿ ਸਾਧ ਸੰਗਤ ਜੀਓ ਚਾਰ ਪ੍ਰਕਾਰ ਦੇ ਦਰਸ਼ਨ ਹਨ ਜੋ ਕਿ ਸ਼ਰਵਣ ਹੋਇਆ ਕਰਦੇ ਹਨ। ਚਿੱਤਰ ਸ਼ਰਵਣ, ਚਿੱਤਰ ਪ੍ਰਤੱਖ ਅਤੇ ਸੁਪਨ। ਚਿੱਤਰ ਦਰਸ਼ਨ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਕਿ ਸਤਿਗੁਰਾਂ ਜੀ ਦੇ ਜੋ ਪਵਿੱਤਰ ਫੋਟੋਆਂ ਤਿਆਰ ਕੀਤੀਆਂ ਜਾਂਦੀਆਂ ਹਨ ਗੁਰਮੁਖਾਂ ਮਹਾਂਪੁਰਖਾਂ ਦੁਆਰਾ। ਜਿਵੇਂ ਸਤਿਗੁਰਾਂ ਜੀ ਦਸਾਂ ਪਾਤਸ਼ਾਹ ਦੀ ਪਵਿੱਤਰ ਸਰੂਪ ਦੀ ਫੋਟੋ ਦੇਖ ਕੇ ਦਰਸ਼ਨ ਹੋਣੇ।
ਅਤੇ ਸ਼ਰਵਣ ਜੋ ਕਿ ਸਤਿਗੁਰਾਂ ਜੀ ਦੇ ਨਿਰੰਕਾਰ ਸਰੂਪ ਬਾਣੀ ਗੁਰੂ ਗੁਰੂ ਹੈ ਬਾਣੀ ਪਵਿੱਤਰ ਗੁਰਬਾਣੀ ਸ਼ਰਵਣ ਕਰਦਿਆਂ ਕਥਾ ਕੀਰਤਨ ਸ਼ਰਵਣ ਕਰਦਿਆਂ ਸਤਿਗੁਰਾਂ ਦੇ ਦਰਸ਼ਨ ਹੋਣੇ। ਜਿਵੇਂ ਕਿ ਜੇ ਆਪਾਂ ਸਾਧ ਸੰਗਤ ਜੀਓ ਸ਼ਲੋਕ ਮਹੱਲਾ ਨਾਵਾਂ ਦੀ ਪਵਿੱਤਰ ਬਾਣੀ ਪੜ੍ਹੀਏ ਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਰਸ਼ਨ ਹੁੰਦੇ ਹਨ। ਸਤਿਗੁਰਾਂ ਜੀ ਦੇ ਚਰਨਾਂ ਵੱਲ ਧਿਆਨ ਜਾਂਦਾ ਹੈ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀਓ ਸ਼ਰਵਣ ਦਰਸ਼ਨ ਜੋ ਕਿ ਸਤਿਗੁਰਾਂ ਜੀ ਦੇ ਵਿਸਮਾਦ ਸਰਗੁਣ ਸਰੂਪ ਦੇ ਕੌਤਕ ਪਰਉਪਕਾਰ ਸੁਣ ਕੇ ਸਤਿਵੇਂ ਦਰਸ਼ਨ ਹੋਣੇ। ਜਿਵੇਂ ਸਾਧ ਸੰਗਤ ਜੀਓ ਹਰੇ ਗੁਰੂ ਘਰ ਦੇ ਵਿੱਚ ਕਵਿਰਾਜ ਸੰਤੋਖ ਸਿੰਘ ਜੀ ਦੇ ਸੂਰਜ ਪ੍ਰਕਾਸ਼ ਆਦਿ ਗ੍ਰੰਥਾਂ ਦੀ ਜੋ ਇਤਿਹਾਸਕ ਕਥਾ ਹੋਇਆ ਕਰਦੀ ਹੈ ਉਸ ਨੂੰ ਸ਼ਰਵਣ ਕਰਕੇ ਸਿੱਖਾਂ ਦੇ ਅੰਦਰ ਮਨਾਂ ਦੇ ਵਿੱਚ ਸਤਿਵੇਂ ਦਰਸ਼ਨ ਹੋ ਜਾਂਦੇ ਹਨ। ਤੇ ਇਸੇ ਤਰ੍ਹਾਂ ਤੀਸਰੇ ਪ੍ਰਕਾਰ ਦੇ ਹੈ ਸੁਪਨ ਦਰਸ਼ਨ ਜੋ ਸੁਪਨ ਅਵਸਥਾ ਵਿੱਚ ਭਾਵ ਜਦੋਂ ਗੁਰਮੁਖ ਸੁੱਤੇ ਹੋਏ ਕਰਦੇ ਹਨ ਤਾਂ ਸੁਪਨੇ ਦੇ ਵਿੱਚ ਸਤਿਵੇਂ ਦਰਸ਼ਨ ਹੋਣੇ। ਤੇ ਸਾਧ ਸੰਗਤ ਜੀ ਮਹਾਂਪੁਰਖ ਦੱਸਿਆ ਕਰਦੇ ਹਨ ਕਿ ਇਹ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਕਰਦੇ ਹਨ। ਤੇ ਜਿਹੋ ਜਿਹੀ ਦ੍ਰਿਸ਼ਟੀ ਜੀਵ ਦੀ ਜਾਗਰਤ ਸੁਪਨ ਦੇ ਵਿੱਚ ਹੁੰਦੀ ਹੈ ਭਾਵ ਜਦੋਂ ਜੀਵ ਜਾਗਦਾ ਹੈ ਤੁਰਦਾ ਫਿਰਦਾ ਕਾਰ ਵਿਹਾਰ ਕਰਦਾ ਹੈ ਜਿਹੋ ਜਿਹੇ ਆਕਾਰਾਂ ਵੱਲ ਨਿਗਾਹ ਪਾਉਂਦਾ ਹੈ ਜਿਹੋ ਜਿਹੇ ਆਕਾਰਾਂ ਉਸੇ ਦ੍ਰਿਸ਼ਟੀ ਵਿੱਚ ਆਉਂਦੇ ਹਨ ਜਿਹੋ ਜਿਹੀਆਂ ਫੋਟੋਆਂ ਮੂਵੀਆਂ ਆਦਿਕਾਂ ਉਹ ਦੇਖਦਾ ਹੈ ਉਸੇ ਤਰ੍ਹਾਂ ਦੇ ਹੀ ਉਸ ਨੂੰ ਸੁਪਨੇ ਆਉਂਦੇ ਹਨ। ਜਿਵੇਂ ਵਿਕਾਰੀ ਨੂੰ ਵਿਕਾਰੀ ਸੁਪਨੇ ਆਉਂਦੇ ਹਨ ਤਾਂ ਇਸੇ ਤਰ੍ਹਾਂ ਸਾਧ ਸੰਗਤ ਗੁਰਸਿੱਖਾਂ ਮਹਾਂਪੁਰਖਾਂ ਨੂੰ ਜੋ ਬ੍ਰਹਮਾਕਾਰ ਦ੍ਰਿਸ਼ਟੀ ਵਾਲੇ ਹੋਇਆ ਕਰਦੇ ਹਨ ਉਹਨਾਂ ਦੀ ਬ੍ਰਹਮਾਕਾਰ ਦ੍ਰਿਸ਼ਟੀ ਹੋਣ ਕਾਰਨ ਅਵਸਥਾ ਹੋਣ ਕਾਰਨ ਉਹਨਾਂ ਨੂੰ ਸਾਧ ਸੰਗਤ ਜੀ ਉੱਠਦਿਆਂ ਬਹਿੰਦਿਆਂ ਨਾਮ ਗੁਰਬਾਣੀ ਸਤਿਗੁਰੂ ਦੇ ਦਰਸ਼ਨ ਹੋਇਆ ਕਰਦੇ ਹਨ। ਉੱਠਦਿਆਂ ਗੋਰੋ ਸਾ ਲਾਹੀਆ ਉੱਠਦਿਆਂ ਗੋਰੋ ਸਾ ਲਾਹੀਆ ਸੁੱਤਿਆਂ ਪੀ ਗੋਰੋ ਆ ਲਾਓ ਐਸਾ ਗੁਰਮੁਖ ਜੇ ਮਿਲੈ ਹੋ ਤਾਂ ਕਿ ਤੋਵਾ ਪਾਓ। ਸਾਧ ਸੰਗਤ ਜੀਓ ਸੁਖਬੀਰ ਸੁਪਨਾ ਹੂੰ ਬਰੜਾਏ ਕੈ ਜਿਹ ਮੋਖੇ ਨਿਕਸੈ ਰਾਮ ਤਾ ਕੇ ਪਾਕੀ ਪਾਨਹੀ ਮੇਰੇ ਤਨ ਕੋ ਚਾਮ। ਤਾਂ ਇਹ ਜਿਹੇ ਗੁਰਮੁਖ ਜਿਨ੍ਹਾਂ ਨੂੰ ਸਾਧ ਸੰਗਤ ਜੀਓ ਉੱਠਦੇ ਬਹਿੰਦੇ ਨਾਮ ਵਾਹਿਗੁਰੂ ਵਾਹਿਗੁਰੂ ਗੁਰਬਾਣੀ ਜਪਦੇ ਹਨ ਪੜ੍ਹਦੇ ਹਨ ਦੇਖਦੇ ਹਨ ਉਹ ਸੁੱਤਿਆਂ ਪਿਆ ਵੀ ਸਾਧ ਸੰਗਤ ਜੀਓ ਸੁੱਤੇ ਸਿੱਧ ਹੀ ਗੁਰਬਾਣੀ ਦੇ ਜਾਪ ਨਿਰੰਤਰ ਚੱਲਦਾ ਹੈ। ਜਿਵੇਂ ਸਾਧ ਸੰਗਤ ਜੀ ਦੱਸਿਆ ਕਰਦੇ ਹਨ ਮਹਾਂਪੁਰਖ ਬੀਬਾ ਨਿਹਾਲ ਕੌਰ ਜੀ ਦੇ ਜਦੋਂ ਉਹ ਵਿਰਾਜਦੇ ਸਨ ਸੁੱਤੇ ਹੁੰਦੇ ਸਨ ਤਾਂ ਉਹਨਾਂ ਦੇ ਸਰੀਰ 'ਚੋਂ ਸਾਧ ਸੰਗਤ ਜੀ ਆਸਾ ਕੀ ਵਾਰ ਦੀ ਪਵਿੱਤਰ ਗੁਰਬਾਣੀ ਸੁਣਾਇਆ ਕਰਦੀ ਭਾਵ ਗੁੰਜਾਂ ਪੈਂਦੀਆਂ ਸੀ ਆਸਾ ਕੀ ਵਾਰ ਦੀ। ਤਾਂ ਇਸੇ ਤਰ੍ਹਾਂ ਅਤਿਅੰਤ ਬ੍ਰਹਮ ਗਿਆਨੀ ਸਲਕਰੀਨਾ ਆਤਮ ਰਾਸੋ ਬ੍ਰਹਮ ਗਿਆਨੀ ਚੀਨਾ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਦੀ ਸਾਖੀਆਂ ਆਉਂਦੀਆਂ ਹਨ ਜਿਵੇਂ ਉਹਨਾਂ ਨੇ ਵੀ ਸਾਧ ਸੰਗਤ ਜੀਓ ਸੁਪਨ ਅਵਸਥਾ ਵਿੱਚ ਜਦੋਂ ਰਾਤ ਨੂੰ ਜੋ ਭਾਵ ਵਾਹਿਗੁਰੂ ਜਦੋਂ ਵਿਰਾਜਦੇ ਤਾਂ ਉਦੋਂ ਵੀ ਸਾਧ ਸੰਗਤ ਜੀ ਗੁਰਬਾਣੀ ਹੀ ਨਿਰਯਤਨ ਬੜਾਉਂਦੇ। ਤੇ ਇਸੇ ਤਰ੍ਹਾਂ ਚੌਥੀ ਤਰ੍ਹਾਂ ਦੇ ਦਰਸ਼ਨ ਇਸ ਪ੍ਰਕਾਰ ਹਨ ਜੋ ਕਿ ਪ੍ਰਤੱਖ ਦਰਸ਼ਨ ਜਿਵੇਂ ਹੁਣ ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਹੁਣ ਕਿਰਪਾ ਕਰਕੇ ਤਰਸ ਕਰਕੇ ਆਪਣੇ ਵਿਸਮਾਦ ਪ੍ਰਤੱਖ ਦਰਸ਼ਨ ਬਖਸ਼ਦੇ ਹਨ ਜਾਂ ਜਿਵੇਂ ਸਾਧ ਸੰਗਤ ਜੀਓ ਆਦਿ ਬੇਅੰਤ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਨੂੰ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਆਪਣੇ ਪ੍ਰਤੱਖ ਦਰਸ਼ਨ ਬਖਸ਼ੇ। ਜਿਵੇਂ ਭਾਈ ਹੇਮਾ ਜੀ ਨੂੰ ਆਪਣੇ ਦਰਸ਼ਨ ਜਾ ਕੇ ਬਖਸ਼ੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਾਂ ਜਿਵੇਂ ਭਾਈ ਲਾਲੋ ਜੀ ਨੂੰ ਸਤਿਗੁਰਾਂ ਜੀ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਰਸ਼ਨ ਬਖਸ਼ੇ। ਆਦਿ ਬੇਅੰਤ ਮਹਾਂਪੁਰਖ ਗੁਣੀ ਗਿਆਨੀਆਂ ਨੂੰ ਦਰਸ਼ਨ ਹੋਇਆ ਕਰਦੇ ਹਨ। ਪ੍ਰਸਾਦ ਸੰਗਤ ਜੀਓ ਦਸਾਂ ਪਾਤਸ਼ਾਹੀ ਦਰਸ਼ਨ ਸ੍ਰੀ ਗ੍ਰੰਥ ਸਾਹਿਬ ਜੀ ਹੀ ਹਨ ਜੋ ਕਿ ਜਦੋਂ ਗੁਰਸਿੱਖ ਸਤਿਗੁਰੂ ਗੁਰੂ ਘਰ ਜਾਂਦੇ ਹਨ ਸਤਿਗੁਰੂ ਦਰਸ਼ਨ ਕਰਦੇ ਮੱਥਾ ਟੇਕਦੇ ਹਨ ਤਾਂ ਪ੍ਰਤੱਖ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਿਰਗੁਣ ਬ੍ਰਹਮ ਜੀ ਸਰਗੁਣ ਸਰੂਪ ਦੇ ਅਵਤਾਰ ਦਰਸ਼ਨ ਹੋ ਰਹੇ ਹਨ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਇਹੀ ਆਸ਼ਾ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਮਹਾਂਪੁਰਖਾਂ ਦਾ ਸੀ। ਇੱਕ ਵਾਰ ਪਿੰਡਰ ਕਲਾਂ ਵਿਖੇ ਜੋੜ ਮੇਲਾ ਸੀ ਸੰਗਤ ਦੀ ਇਕੱਤਰਤਾ ਹੋਈ ਜਿਸ ਵਿੱਚ ਸਾਧ ਸੰਗਤ ਜੀਓ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਮਹਾਰਾਜ ਅਤੇ ਸੰਤ ਬਾਬਾ ਮੱਘਰ ਸਿੰਘ ਸਾਹਿਬ ਜੀ ਮਹਾਰਾਜ ਵੀ ਸ਼ਾਮਲ ਸਨ। ਬਚਨ ਬਲਾਸ ਹੋ ਰਹੇ ਸਨ
ਕਿ ਕਿਹੜੇ ਗੁਰਸਿੱਖ ਨੇ, ਕਿਸ ਗੁਰਸਿੱਖ ਨੇ ਸਭ ਤੋਂ ਵੱਧ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਨ। ਤਾਂ ਕਿਸ ਨੇ ਕਿਹਾ ਭਾਈ ਬੁੱਢਨ ਸ਼ਾਹ ਜੀ, ਬਾਬਾ ਬੁੱਢਾ ਸਾਹਿਬ ਜੀ, ਬਾਬਾ ਬਿਧੀ ਚੰਦ ਜੀ, ਭਾਈ ਭਗਤੂ ਜੀ ਆਦਿ ਮਹਾਂਪੁਰਖਾਂ ਦੇ ਨਾਂ ਲੈ ਰਹੇ ਸਨ। ਤਾਂ ਉਸ ਵਕਤ ਬ੍ਰਹਮ ਗਿਆਨੀ ਬ੍ਰਹਮਾਕਾਰ ਬਿਰਤੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੈਣ ਭਗਤ ਬਾਬਾ ਸੁੰਦਰ ਸਿੰਘ ਸਾਹਿਬ ਨੇ ਗਲ 'ਚ ਪੱਲਾ ਪਾ ਕੇ ਨਿਮਰਤਾ ਸਿਰ ਝੁਕਾ ਕੇ ਹੱਥ ਜੋੜ ਕੇ ਬਚਨ ਕੀਤੇ, ਪ੍ਰੇਮ ਬੇਨਤੀ ਕੀਤੀ ਕਿ ਉਹਨਾਂ ਨੇ ਕਿਹਾ ਕਿ ਦਾਸਨ ਦਾਸ ਦੀ ਆਸ਼ਾ ਇਹ ਹੈ ਕਿ ਜਿਸ ਗੁਰਸਿੱਖ ਨੇ ਸਤਿਗੁਰਾਂ ਜੀ ਦੀ ਬਖਸ਼ੀ ਹੋਈ ਰਹਿਤ ਵਿੱਚ ਤਿਆਰ ਬਰ ਤਿਆਰ ਹੈ, ਸਤਿਗੁਰਾਂ ਜੀ ਦੇ ਪ੍ਰਤੀ ਦ੍ਰਿੜ ਵਿਸ਼ਵਾਸ ਹੈ, ਪੂਰਨ ਵਿਸ਼ਵਾਸ ਹੈ, ਯਕੀਨ ਹੈ, ਨਾਮ ਬਾਣੀ ਨਿਤਨੇਮੀ ਹੈ, ਉਸ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਵਿੱਤਰ ਦਰਸ਼ਨ ਕਰਦਿਆਂ ਹੀ ਸਾਰੇ ਹੀ ਦਸਾਂ ਪਾਤਸ਼ਾਹੀ ਦਰਸ਼ਨ ਹੋ ਜਾਂਦੇ ਹਨ। ਤੇ ਮਹਾਂਪੁਰਖਾਂ ਦਾ ਆਸ਼ਾ ਹੈ। ਤੇ ਇਸ ਲਈ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ। ਅੱਜ ਚਰਨ ਅਰਦਾਸ ਆ ਕਿ ਦਾਸਾਂ ਦਾਸੀਆਂ ਨੂੰ ਵੀ ਆਪਣੇ ਪਵਿੱਤਰ ਦਰਸ਼ਨ ਅੰਦਰ ਬਾਹਰ ਸਹਿਕਿਆਤਾ ਬਖਸ਼ਣਾ ਕਰੋ। ਹੋ ਦਿਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀਜ। ਰੱਬ ਤੁਧ ਬਿਨ ਦੂਜਾ ਕੋ ਨਹੀਂ। हे ਪ੍ਰਭ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਤੋਂ ਬਗੈਰ, ਆਪ ਜੀ ਤੋਂ ਬਗੈਰ ਦਾਸਨ ਦਾਸ ਦਾ, ਦਾਸਨ ਦਾਸੀ ਦਾ ਇਸ ਲੋਕ ਜਾਂ ਪਰਲੋਕ ਦੇ ਵਿੱਚ ਹੋਰ ਕੋਈ ਆਸਰਾ ਨਹੀਂ ਹੈ। ਕੇਵਲ ਆਪ ਜੀ ਹੀ ਦਾਸਨ ਦਾਸ ਦੇ ਆਸਰੇ ਹੋ। ਨਾਨਕ ਕੀ ਅਰਦਾਸ। ਨਾਨਕ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਿ ਇਹ ਦਾਸਨ ਦਾਸੀ ਦੀ ਅਰਦਾਸ ਹੈ, ਦਾਸਨ ਦਾਸ ਦੀ ਅਰਦਾਸ ਹੈ ਕਿ हे ਪ੍ਰਭ ਸਰਬੱਤ ਵਾਹਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ, ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ, ਦਾਸਨ ਦਾਸ ਨੂੰ ਸਦਾ ਹੀ ਹਮੇਸ਼ਾ ਹੀ ਆਪਣਾ ਪਵਿੱਤਰ ਟੇਕ ਆਸਰਾ ਬਖਸ਼ਣਾ ਕਰੋ। ਚਰਨਾਂ ਨਾਲ ਜੋੜੋ, ਪ੍ਰੀਤੀ ਬਖਸ਼ੋ, ਨਾਮ ਦਾ ਦਾਨ ਬਖਸ਼ੋ। ਸਦਾ ਹੀ ਆਪ ਜੀ ਦੇ ਗੁਣ ਦਿਨ ਰਾਤ ਗਾਉਣ ਦਾ ਬਲ ਬਖਸ਼ਣਾ। ਤੁਝ ਬਿਨ ਦੂਜਾ ਇਸ ਲਈ ਮੇਲ ਲਹੋ ਦਿਆਲ, ਟਹਿ ਪਏ ਦਵਾਰਿਆ, ਰਾਖੇ ਲੇਵੋ ਦੀਨ ਦਿਆਲ, ਬ੍ਰਹਮਤ ਬਵਹਾਰਿਆ, ਭਗਤ ਤੇ ਬਛਲੋ ਤੇਰਾ ਬਿਰਦੋ, ਪਤਿਤ ਉਧਾਰਿਆ, ਤੁਝ ਬਿਨੁ ਨਾਹੀ ਕੋਇ, ਬਿਨੋ ਮੋਹਿ ਸਾਰਿਆ, ਕਾਰੁਗੈ ਲੇਹੁ ਦਿਆਲ, ਸਾਗਰ ਸੰਸਾਰਿਆ। ਆਸਾੜੁ ਸੁਹੰਦਾ ਤੇ ਸੁਲਗੈ। ਆਸਾੜੁ ਭਾਵ ਹਾੜ ਦਾ ਮਹੀਨਾ ਉਸ ਜੀਵ ਰੂਪ ਇਸਤਰੀ ਨੂੰ ਸੁਹੰਦਾ ਭਾਵ ਸੋਭਨੀਕ ਚੰਗਾ ਲੱਗਦਾ ਹੈ। ਜੈਸੋ ਮਾਨੇ ਹਾਰੇ ਚਰਨ ਨਿਵਾਸ। ਜਿਸ ਦੇ ਮਨ ਭਾਵ ਹਿਰਦੇ ਰੋਮ ਰੋਮ ਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਨਿਵਾਸ ਹੋ ਰਿਹਾ ਹੈ, ਨੇ ਵਿਸ਼ੇਸ਼ ਕਰਕੇ ਵਸਣਾ ਹੋ ਰਿਹਾ ਹੈ। ਜਿਵੇਂ ਸਾਧ ਸੰਗਤ ਜੀਓ ਭਾਈ ਗੋਪਾਲਾ ਜੀ ਕਾਬਲ 'ਚ ਬੈਠੇ ਧੰਨ ਧੰਨ ਨਿਰੰਕਾਰ ਸਰੂਪ ਦਿਆਲੂ ਮਿਹਰਬਾਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਲਗਾਤਾਰ ਸਿਮਰਨ ਕਰਿਆ ਕਰਦੇ ਸਨ। ਜਾਂ ਕਿ ਜਿਸ ਤਰ੍ਹਾਂ ਸਾਧ ਸੰਗਤ ਜੀਓ ਸਤਿਗੁਰਾਂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਧਾਰਨ ਦੇ ਨਾਲ ਜੋ ਰਾਗ ਦ્વੈਸ਼ ਦੀ ਕਿਰਨਾਂ, ਤ੍ਰਿਸ਼ਨਾ ਦੀ ਧੁੱਪ ਹੈ, ਵਾਹਿਗੁਰੂ ਗਿਆਨ ਦੀ ਧੁੱਪ ਹੈ, ਤ੍ਰਿਸ਼ਨਾ ਦੀ ਜੋ ਧੁੱਪ ਹੈ, ਗਿਆਨ ਦਾ ਜੋ ਸੂਰਜ ਹੈ, ਉਹ ਸਾਧ ਸੰਗਤ ਗਰਮੈਸ਼ ਤਪਸ਼ ਨਹੀਂ ਲੱਗਦੀ। ਉਹ ਸਦਾ ਹੀ ਸਾਧ ਸੰਗਤ ਜੀਓ ਕਮਲ ਵਾਂਗ ਨਿਰਲੇਪ ਰਹਿੰਦੇ ਹਨ। ਸਤਿਗੁਰੂ ਜੀ ਆਪਣੇ ਸਿੱਖਾਂ ਦੀ ਰੱਖਿਆ ਕਰਦੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀਓ ਜਦੋਂ ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਈ ਸੰਗਤ ਦੁਸ਼ਾਲੇ ਲੈ ਕੇ ਆ ਰਹੇ ਸਨ, ਤਾਂ ਜ਼ਾਲਮ ਹਕੂਮਤ ਨੇ ਉਹ ਜੋ ਦੁਸ਼ਾਲੇ ਸਨ ਚੁਰਾ ਲਏ ਸਨ, ਤਾਂ ਉਸ ਨੂੰ ਵਾਪਸ ਲੈ ਕੇ ਆਉਣ ਲਈ ਬਹਾਦਰ ਸੂਰਬੀਰ ਗੁਰਮੁਖ ਮਹਾਂਪੁਰਖ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਜਾ ਕੇ ਲੈ ਕੇ ਆਏ। ਤਾਂ ਆਉਂਦੇ ਹੋਏ ਜੋ ਹਾਕਮ ਪਿੱਛੇ ਪਈ ਸੀ, ਤਾਂ ਬਾਬਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਵਿੱਤਰ ਚਰਨ ਦਾ ਧਿਆਨ ਧਾਰ ਕੇ ਸ੍ਰੀ ਭੱਠੇ ਸਾਹਿਬ ਜੀ ਵਿੱਚ ਲੁਕੇ ਸਨ, ਤੇ ਸਤਿਗੁਰਾਂ ਜੀ ਨੇ ਬਲਦੀ ਅੱਗ ਵਿੱਚ ਸ੍ਰੀ ਬਾਬਾ ਬਿਧੀ ਚੰਦ ਜੀ ਰੱਖਿਆ ਕੀਤੀ।
ਤੇ ਇਸੇ ਤਰ੍ਹਾਂ ਸਾਧ ਸੰਗਤ ਜੀਓ, ਗੋਰੋ ਮੇਰਾ ਸੰਗੇ ਸਦਾ ਹੈ ਨਾਲੇ, ਸਿਮਰੇ ਸਿਮਰੇ ਤੇ ਸੋ ਸਦਾ ਸਮਾਲੇ। ਜੋ ਸਦਾ ਅੰਗ ਸੰਗ ਅਕਾਲ ਪੁਰਖ ਵਾਹਿਗੁਰੂ ਜੀ ਹਨ, ਤਿਨਾਂ ਜੀ ਦਾ ਪਵਿੱਤਰ ਚਰਨ ਧਿਆਨ ਧਾਰਨ ਦੇ ਨਾਲ ਕੋਈ ਵੀ ਵਿਸ਼ੇ ਵਿਕਾਰ ਪਹੁੰਚ ਨਹੀਂ ਸਕਦੇ। ਸਤਿਗੁਰੂ ਜੀ ਰੱਖਿਆ ਕਰਦੇ ਹਨ, ਸਦਾ ਹੀ ਆਪਣੇ ਗੁਰਸਿੱਖਾਂ ਨੂੰ ਹਿਰਦੇ ਚ ਮੂੰਹ ਚ ਅੰਮ੍ਰਿਤ, ਦਿਲ ਦਿਮਾਗ ਚ ਗੁਰਬਾਣੀ ਬਖਸ਼ਦੇ ਹਨ। ਆਤਸ ਦੁਨੀਆ ਖੁਨਕ ਨਾਮ ਖੁਦਾਇਆ, ਸਦਾ ਹੀ ਜੋ ਸਰਦੀ ਬਲਦੀ ਲੁਕਾਈ ਜਗ ਸੰਸਾਰ ਹੈ, ਇਸ ਤੋਂ ਬਚਾ ਕੇ ਰੱਖਦੇ ਹਨ। ਆਪਣਾ ਪਵਿੱਤਰ ਅੰਮ੍ਰਿਤਮਈ ਸ਼ੀਤਲ ਠੰਡਾ ਠਾਰ ਨਾਮ ਬਖਸ਼ਦੇ ਹਨ। ਤਾਂ ਸਤਿਗੁਰੂ ਜੀ ਇਸੇ ਤਰ੍ਹਾਂ ਇਸ ਪਵਿੱਤਰ ਗੁਰਬਾਣੀ ਜਾਂ ਹਿਰਦੈ ਚਾਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਜੋ ਸਤਿਗੁਰਾਂ ਜੀ ਦਾ ਪਵਿੱਤਰ ਚਰਨ ਜੋ ਹਨ ਉਹ ਗੁਰਬਾਣੀ ਜੀ ਹਨ, ਜਿਨ੍ਹਾਂ ਗੁਰਸਿੱਖਾਂ ਦੇ ਮਨਾਂ ਦੇ ਵਿੱਚ ਸਤਿਗੁਰਾਂ ਜੀ ਦਾ ਗੁਰਸ਼ਬਦ ਜੋ ਗੁਰਬਾਣੀ ਹੈ ਵਸਦੇ ਹਨ। ਉਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਗੁਰਸਿੱਖਾਂ ਦਾ ਨੂੰ ਵੀ ਵਿਸ਼ੇ ਵਾਸਨਾ ਜੋ ਤ੍ਰਿਸ਼ਨਾ ਹੈ ਉਸ ਦੀ ਅੱਗ ਪਹੁੰਚ ਨਹੀਂ ਸਕਦੀ, ਸਤਿਗੁਰੂ ਰੱਖਿਆ ਕਰਦੇ ਹਨ। ਇਸ ਲਈ ਸਾਧ ਸੰਗਤ ਜੀਓ, ਨਿਰਗੁਣ ਸਰਗੁਣ ਆਪੇ ਹੋਏ। ਸਵਾਹਿਗੁਰੂ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪੇ, ਆਪਨ ਕੀਆ ਨਾਨਕਾ ਆਪੇ ਹੀ ਫੇਰੇ ਜਾਪੇ। ਜੋ ਸਤਿਗੁਰੂ ਜੀ ਨਿਰਗੁਣ ਸਰੂਪ ਸਰਗੁਣ ਸਰੂਪ ਜੋ ਗੁਰਬਾਣੀ ਨਾਮ ਹੈ, ਇਹ ਸਾਰੇ ਇੱਕੋ ਇੱਕ ਹੀ ਹਨ, ਇੱਕੋ ਹੀ ਸਰੂਪ ਹਨ, ਇੱਕ ਓੰਕਾਰ ਹਨ। ਤੇ ਇਸੇ ਤਰ੍ਹਾਂ ਸਾਧ ਸੰਗਤ ਜੋ ਸਰਗੁਣ ਸਰੂਪ ਦਾ ਜਾਂ ਨਿਰੰਕਾਰ ਸਰੂਪ ਸ੍ਰੀ ਗੁਰਬਾਣੀ ਦੇ ਚਰਨਾਂ ਦਾ ਧਿਆਨ ਸਤਿਗੁਰੂ ਜੀ ਹਮੇਸ਼ਾ ਬਖਸ਼ਣ, ਆਪਣੇ ਚਰਨ ਹੀ ਲਾਉਣ ਤੇ ਰਾਗ ਦਵੈਸ਼ ਵਿਸ਼ੇ ਵਿਕਾਰਾਂ ਆਸਾ ਮਨਸਾ ਤੋਂ ਬਚਾ ਕੇ ਰੱਖਣ ਅਤੇ ਨਾਮ ਸੇਵਾ ਸਿਮਰਨ ਨਾਲ ਜੋੜਨ, ਸਾਧੂਆਂ ਦੀ ਸੰਗਤ ਬਖਸ਼ਣ, ਦ੍ਰਿੜ ਭਰੋਸਾ ਬਖਸ਼ਣ ਅਤੇ ਕਿਰਤ ਕਨਾ ਨੂੰ ਸਤਿਗੁਰੂ ਬਖਸ਼ ਕੇ ਆਪਣੇ ਚਰਨੀ ਲਾ ਲੈਣ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀਓ, ਇਹ ਪਵਿੱਤਰ ਆਸਾੜ ਭਾਵ ਹਾੜ ਦੇ ਮਹੀਨੇ ਦਾ ਪਵਿੱਤਰ ਉਪਦੇਸ਼ ਸੀ, ਜੋ ਸਤਿਗੁਰੂ ਜੀ ਨੇ ਆਪ ਹੀ ਕੰਨੋਂ ਫੜ ਕੇ ਬਾਹਾਂ ਫੜ ਕੇ ਕਥਾ ਵਿਚਾਰਾਂ ਕਰਾਈਆਂ ਹਨ। ਤੇਰਾ ਜੋਰ ਮੈਂ ਗੂੰਗਾ ਕਹਤਾ ਹੂੰ, ਦਾਸਨ ਦਾਸ ਅਲਪਗ ਮੂਰਖ ਤੋਂ ਹੋਈਆਂ ਅਨੇਕ ਨੇ, ਇੱਕ ਨੇ ਅਨੇਕ ਬੇਅੰਤ 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 ਗਲਤੀਆਂ ਹੋਈਆਂ ਹਨ। ਅਣਜਾਣ ਵਿੱਚ ਜਾਣ ਕੇ ਮਾਫ ਕਰ ਦੇਣਾ। ਸਤਿਗੁਰੂ ਬਖਸ਼ੰਦ ਪਿਤਾ ਜੀ ਹਨ, ਸਾਧ ਸੰਗਤ ਦੀ ਬਖਸ਼ੰਦ ਹਨ, ਭੁੱਲਾਂ ਨਾ ਚਤਾਰਣੀਆਂ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ। ਅਤੇ ਆਓ ਸਾਧ ਸੰਗਤ ਜੀ ਪਵਿੱਤਰ ਅਖੀਲੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਦੇ ਸ਼ਬਦ ਪੜ੍ਹ ਕੇ ਫਤਿਹ ਗਾਈਏ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜੁ ਸੁਹੰਦਾ ਤਿਸ ਲਗੈ, ਜੈਸੋ ਮਾਨੇ ਹਰੇ ਚਰਨ ਨਿਵਾਸ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰਥ ਅਗਮ ਪੂਰਨ, ਮੋਹਿ ਮਇਆ ਤਾਰ। ਅੰਧ ਕੂਪ ਬਿਆਨ, ਨਾਨਕ ਹਰਿ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੰਕੁਰ ਹਰਿ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਤ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਤ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦੇ ਜਕਾਰੇ ਗਜਾਵੇ, ਨਿਹਾਲੋ ਜਾਵੇ, ਸ਼ਹੀਦਾਂ ਸਿੰਘਾਂ ਦੇ ਚਰਨਾਂ ਨੂੰ ਭਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।